जय मसीह सारे भैन भरावां नूं प्रभु ईश्वर तुहानूं सारिਆਂ ਨੂੰ ਅੱਜ ਬਹੁਤ ਬਰਕਤ ਦੇਵੇ। ਅੱਜ ਦਾ ਐਤਵਾਰ ਵਾਲਾ ਦਿਨ ਤੁਹਾਡੇ ਸਾਰਿਆਂ ਦੇ ਵਾਸਤੇ ਬਰਕਤ ਵਾਲਾ ਹੋਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਪ੍ਰਭੂ ਦੇ ਬਨੋ ਆਓ ਆਪਾਂ ਸਿੱਧਾ ਅੱਜ ਦੇ ਵਚਨ ਵਿੱਚ ਜਾਵਾਂਗੇ ਤੇ ਐਫਸੀਆਂ ਦੀ ਕਿਤਾਬ ਆਪਾਂ ਖੋਲਾਂਗੇ ਤੇ ਪ੍ਰਭੂ ਦੇ ਬਨੋ ਜਦੋਂ ਆਪਾਂ ਦੇਖਿਆ ਹੋਏਗਾ ਕਿ ਆਪਣੇ ਭਾਰਤ ਦੇਸ਼ ਦੇ ਵਿੱਚ ਜਦੋਂ ਆਪਾਂ ਛੋਟੇ ਸੀਗੇ ਤੇ ਜਿਉਂ ਆਪਾਂ ਵੱਡੇ ਹੁੰਦੇ ਗਏ ਆਪਾਂ ਦੇਖਿਆ ਸੀਗਾ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਕੰਧਾਂ ਹੈਗੀਆਂ ਨੇ ਜਾਂ ਜਿਹੜੀਆਂ ਛੱਤਾਂ ਹੈਗੀਆਂ ਨੇ ਕਈ ਵਾਰ ਉਹਨਾਂ ਤੇ ਤਰੇੜਾਂ ਪੈ ਜਾਂਦੀਆਂ ਨੇ। ਜਿਹੜੇ ਐਕਸਪਰਟ ਨੇ ਉਹ ਦੱਸਦੇ ਨੇ ਕਿ ਤਰੇੜਾਂ ਪੈਣ ਦਾ ਕਾਰਨ ਜ਼ਿਆਦਾ ਇਹ ਨਹੀਂਗਾ ਬਈ ਘਰ ਠੀਕ ਨਹੀਂ ਬਣਿਆ, ਬਈ ਇੱਟਾਂ ਠੀਕ ਨਹੀਂ ਲੱਗੀਆਂ, ਸੀਮੈਂਟ ਠੀਕ ਨਹੀਂ ਪਿਆ ਜਾਂ ਕੋਈ ਹੋਰ ਇੱਧਰ ਦੀ ਉੱਧਰ ਦੀ ਗੱਲਬਾਤ ਆ, ਬਲਕਿ ਜਦੋਂ ਤਰੇੜਾਂ ਪੈਣ ਲੱਗ ਜਾਣ ਛੱਤ ਦੇ ਵਿੱਚ ਜਾਂ ਕੰਧਾਂ ਦੇ ਵਿੱਚ ਉਹਦਾ ਖਾਸ ਕਾਰਨ ਕਹਿੰਦਾ ਇਹ ਹੁੰਦਾ ਆ ਵੀ ਜਿਹੜੀ ਉਸ ਘਰ ਦੀ ਫਾਊਂਡੇਸ਼ਨ ਆ, ਜਿਹੜੀ ਨੀਂਹ ਆ, ਜਾਣੀ ਕਿ ਉਹ ਨੀਂਹ ਦੇ ਵਿੱਚ ਗੜਬੜ ਆ, ਨੀਂਹ ਕਮਜ਼ੋਰ ਆ, ਫਾਊਂਡੇਸ਼ਨ ਕਮਜ਼ੋਰ ਰਹਿ ਗਈ, ਫਾਊਂਡੇਸ਼ਨ ਚੰਗੀ ਤਰ੍ਹਾਂ ਧਰੀ ਨਹੀਂ ਗਈ। ਕਹਿੰਦੇ ਨੇ ਜਦੋਂ ਇੱਕ ਦਰਖਤ ਵੱਡਾ ਹੁੰਦਾ ਆ ਕਹਿੰਦੇ ਨੇ ਜਿਹੜੀ ਦਰਖਤ ਦੀ ਜੜ ਆ ਉਹਦੇ ਤੇ ਡਿਪੈਂਡ ਕਰਦਾ ਵੀ ਕਿੰਨੀ ਜ਼ਿਆਦਾ, ਜਿੰਨੀ ਜ਼ਿਆਦਾ ਜੜ ਸਟਰੋਂਗ ਆ ਉਸ ਦਰਖਤ ਦੀ ਉਨੀਆਂ ਹੀ ਜ਼ਿਆਦਾ ਉਹ ਦਰਖਤ ਹਨੇਰੀਆਂ ਸਹਿ ਸਕਦਾ ਆ। ਜਿੰਨੀ ਜ਼ਿਆਦਾ ਇੱਕ ਬਿਲਡਿੰਗ ਦੀ ਫਾਊਂਡੇਸ਼ਨ ਸਟਰੋਂਗ ਹੋਵੇਗੀ ਉਨੀ ਜ਼ਿਆਦਾ ਬਿਲਡਿੰਗ ਜਿਹੜੀ ਆ ਉਹ ਜ਼ਿਆਦਾ ਤੇ ਖੜੀ ਰਹੇਗੀ ਤੇ ਉਹਦੇ ਕਦੇ ਵੀ ਉਹਦੇ ਕੰਧਾਂ ਦੇ ਵਿੱਚ ਤਰੇੜਾਂ ਨਹੀਂ ਪੈਣਗੀਆਂ, ਉਹ ਡਿੱਗੇਗੀ ਨਹੀਂ। ਵੈਲ ਪ੍ਰਭੂ ਯਿਸੂ ਮਸੀਹ ਜੀ ਨੇ ਆਪਾਂ ਨੂੰ ਬਾਈਬਲ ਦੇ ਵਿੱਚ ਇਹ ਇੱਕ ਗੱਲ ਦੱਸੀ ਸੀ, ਕਹਾਣੀ ਸੁਣਾਈ ਸੀਗੀ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੇ ਆਪਾਂ ਨੂੰ ਦੱਸਿਆ ਸੀਗਾ ਕਿ ਕਿੰਨਾ ਜ਼ਰੂਰੀ ਆ ਵੀ ਇੱਕ ਘਰ ਜਿਹੜਾ ਹੈਗਾ ਆ ਉਹ ਮਿੱਟੀ ਤੇ ਨਾ ਬਣਾਇਆ ਜਾਵੇ, ਬਲਕਿ ਜਿਹੜਾ ਘਰ ਹੈਗਾ ਆ ਉਹ ਕਹਿ ਲਓ ਕਿ ਚਟਾਨ ਤੇ ਬਣਾਇਆ ਜਾਵੇ। ਜਾਣੀ ਕਿ ਪ੍ਰਭੂ ਯਿਸੂ ਆਹੀ ਕਹਿਣਾ ਚਾਹੁੰਦੇ ਸੀ ਵੀ ਜਿਹੜੀ ਘਰ ਦੀ ਨੀਂਹ ਹੈਗੀ ਆ ਉਹ ਚਟਾਨ ਤੇ ਰੱਖੀ ਜਾਵੇ। ਆਮੀਨ। ਤੇ ਜਿਹੜੇ ਚਟਾਨ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਚਟਾਨ ਜਿਹੜੀ ਚੀਜ਼ ਆ ਉਹ ਪ੍ਰਭੂ ਦੇ ਵਚਨਾਂ ਨੂੰ, ਸ਼ਬਦਾਂ ਨੂੰ ਦੱਸਦੀ ਆ। ਜਾਣੀ ਕਿ ਜਿਹੜੇ ਪਰਿਵਾਰ ਦੀ ਫਾਊਂਡੇਸ਼ਨ ਪਰਮੇਸ਼ਵਰ ਦੇ ਸ਼ਬਦਾਂ ਤੇ ਬਣਾਈ ਜਾਵੇ, ਪਰਮੇਸ਼ਰ ਦੇ ਵਚਨ ਤੇ ਬਣਾਈ ਜਾਵੇ, ਪ੍ਰਭੂ ਬਣਾ ਉਹ ਘਰ, ਉਹ ਪਰਿਵਾਰ ਖੜਾ ਰਹੇਗਾ। ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਹੈ ਪ੍ਰਭੂ ਦੇ ਬਣੋ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ, ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਝੜਦੇ ਨੇ ਆਪਾਂ 5 ਐਸੀਆਂ ਫਾਊਂਡੇਸ਼ਨਸ ਦੇਖਾਂਗੇ ਜਿਹਦੇ ਨਾਲ ਆਪਣਾ ਪਰਿਵਾਰ, ਆਪਣਾ ਘਰਾਨਾ ਮਜ਼ਬੂਤ ਖੜਾ ਰਹੇਗਾ ਤੇ ਡਿੱਗੇਗਾ ਨਹੀਂ ਤੇ ਡੋਲੇਗਾ ਨਹੀਂ, ਡਗਮਗਾਵੇਗਾ ਨਹੀਂ, ਬਲਕਿ ਅੱਗੇ ਵਧਦਾ ਜਾਵੇਗਾ। ਆਮੀਨ। ਆਓ ਦੇਖੀਏ ਆਪਾਂ ਸਿੱਧਾ ਪਰਮੇਸ਼ਰ ਵਿੱਚ ਜਾਵਾਂਗੇ ਤੇ ਪਹਿਲੇ ਨੰਬਰ ਤੇ ਜੇ ਪਹਿਲੀ ਫਾਊਂਡੇਸ਼ਨ ਜਿਹੜੀ ਪਰਮੇਸ਼ਰ ਦੇ ਵਚਨ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਪ੍ਰਭੂ ਦੇ ਬਣੋ ਇੱਕ ਫਾਊਂਡੇਸ਼ਨ ਇੱਕ ਪਿਤਾ ਦੀ ਜਾਂ ਇੱਕ ਹਸਬੈਂਡ ਦੀ ਐਜ਼ ਏ ਸਪਿਰਿਚੁਅਲ ਲੀਡਰ। ਆਮੀਨ। ਜਿਹੜੀ ਕਿ ਪਰਮੇਸ਼ਰ ਦੇ ਮੁਤਾਬਿਕ, ਪਰਮੇਸ਼ਰ ਵਚਨ ਦੇ ਮੁਤਾਬਿਕ ਇੱਕ ਘਰ ਦਾ ਮੁਖੀਆ, ਇੱਕ ਘਰ ਦਾ ਸਪਿਰਿਚੁਅਲ ਲੀਡਰ ਉਸ ਘਰ ਦਾ ਪਿਤਾ ਹੋਣਾ ਚਾਹੀਦਾ ਆ ਜਾਂ ਉਸ ਘਰ ਦਾ ਹਸਬੈਂਡ ਹੋਣਾ ਚਾਹੀਦਾ ਆ, ਪ੍ਰਾਹੁਣਾ ਹੋਣਾ ਚਾਹੀਦਾ ਹੈ। ਜਾਣੀ ਕਿ ਜੇ ਹਸਬੈਂਡ, ਜੇ ਪਿਤਾ ਇੱਕ ਸਪਿਰਿਚੁਅਲ ਲੀਡਰ ਦਾ ਰੋਲ ਅਦਾ ਕਰ ਰਿਹਾ ਆ, ਉਹ ਘਰਾਨਾ ਕਦੇ ਵੀ ਡਮਗਾਵੇਗਾ ਨਹੀਂ, ਡੋਲੇਗਾ ਨਹੀਂ, ਡਿੱਗੇਗਾ ਨਹੀਂ, ਉਹ ਘਰ ਖੜਾ ਰਹੇਗਾ। ਸੋ ਅੱਜ ਸਾਰੇ ਭਰਾ ਜਿਹੜੇ ਅੱਜ ਦਾ ਵਚਨ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਨਕਰੇਜ ਕਰਦਾ, ਜੇ ਤੁਸੀਂ ਪੁੱਤਰ ਹੋ, ਜੇ ਤੁਸੀਂ ਹਸਬੈਂਡ ਹੋ, ਜੇ ਤੁਸੀਂ ਪਿਤਾ ਹੋ, ਇਹ ਤੁਹਾਡੀ ਰਿਸਪੌਂਸਿਬਿਲਿਟੀ ਆ ਕਿ ਤੁਸੀਂ ਆਪਣੇ ਘਰ ਦੇ ਮੁਖੀਆ ਹੋ, ਆਪਣੇ ਘਰ ਦੇ ਤੁਸੀਂ ਇੱਕ ਸਪਿਰਿਚੁਅਲ ਲੀਡਰ ਹੋ। ਤੁਹਾਡੀ ਇਹ ਰਿਸਪੌਂਸਿਬਿਲਿਟੀ ਆ, ਜ਼ਿੰਮੇਵਾਰੀ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ
ਇੱਕ ਰੂਹਾਨੀ ਆਗੂ ਹੋ ਕੇ, ਸਪਿਰਿਚੁਅਲ ਲੀਡਰ ਹੋ ਕੇ ਆਪਣਾ ਰੋਲ ਜਿਹੜਾ ਆ ਅਦਾ ਕਰ ਸਕੋ। ਆਮੇਨ। ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ ਇਫੀਸੀਅਨ ਚੈਪਟਰ 5 ਵਰਸ 23 ਦੇਖਾਂਗੇ ਆਪਾਂ ਪਰਮੇਸ਼ਰ ਦਾ ਵਚਨ ਆਪਾਂ ਨੂੰ ਕੀ ਆਖਦਾ ਆ। ਆਓ ਪੜੀਏ ਐਫਸੀਆਂ ਦਾ 5ਵੇਂ ਦਾ 23ਵਾਂ ਵਰਸ ਪੰਜਾਬੀ ਚ ਦੇਖਾਂਗੇ। ਜੀ ਹਾਂ। ਪਤਿਓ, ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮਸੀਹ ਨੇ ਵਿਸ਼ਵਾਸ ਸੰਗਤ ਨੂੰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਕੁਰਬਾਨ ਕਰ ਦਿੱਤਾ। ਲਿਖੋ ਸੀ ਪਤੀਆਂ ਨੂੰ ਕਿਹਾ ਗਿਆ ਹੈਗਾ ਆ ਜਿਹਦਾ ਪ੍ਰਭੂ ਯਿਸੂ ਮਸੀਹ ਐਜ਼ ਅ ਸਪਿਰਿਚੁਅਲ ਲੀਡਰ ਹੋ ਕੇ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਕਲੀਸਿਆ ਵਾਸਤੇ, ਆਪਣੇ ਲੋਕਾਂ ਵਾਸਤੇ ਕੁਰਬਾਨੀ ਦਿੱਤੀ, ਜਾਣੀ ਕਿ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਉਸੇ ਤਰ੍ਹਾਂ ਪਤੀਆਂ ਨੂੰ ਵੀ ਇਹੀ ਰਿਸਪੌਂਸਿਬਿਲਿਟੀ ਦਿੱਤੀ ਗਈ ਆ ਕਿ ਉਹਨਾਂ ਦਾ ਫਰਜ਼ ਬਣਦਾ ਆ ਕਿ ਉਹ ਆਪਣੇ ਘਰ ਨੂੰ ਸੰਭਾਲਣ, ਆਪਣੀਆਂ ਪਤਨੀਆਂ ਨੂੰ, ਆਪਣੇ ਪਰਿਵਾਰ ਨੂੰ ਸੰਭਾਲਣ, ਇੱਕ ਲੀਡਰ ਹੋ ਕੇ ਅੱਗੇ ਵੱਧ ਸਕਣ। ਹੋਰ ਦੇਖਾਂਗੇ ਪ੍ਰਭੂ ਦੇ ਵਚਨ ਵਿੱਚ, ਪੁਰਾਣੇ ਨਿਯਮ ਵਿੱਚ ਜਾਵਾਂਗੇ ਡਿਊਟਰੋਨੋਮੀ ਚੈਪਟਰ 4 ਵਰਸ 9 ਦੇ ਵਿੱਚ ਆਪਾਂ ਦੇਖਾਂਗੇ। ਪੁਰਾਣੇ ਨਿਯਮ ਦੇ ਵਿੱਚ ਡਿਊਟਰੋਨੋਮੀ ਚੈਪਟਰ 4 ਵਰਸ 9 ਪੰਜਾਬੀ ਦੇ ਵਿੱਚ ਪੜਾਂਗੇ, ਜਿਹਦੇ ਵਿੱਚ ਹੋਰ ਵੀ ਜ਼ਿਆਦਾ ਕਲੀਅਰ ਲਿਖਿਆ ਗਿਆ ਆ ਹਸਬੈਂਡਸ ਦੇ ਵਾਸਤੇ ਵੀ, ਪਿਤਾਵਾਂ ਦੇ ਵਾਸਤੇ ਵੀ, ਭਰਾਵਾਂ ਦੇ ਵਾਸਤੇ ਵੀ, ਕਿ ਬੰਦਿਆਂ ਦਾ ਇਹ ਫਰਜ਼ ਬਣਦਾ ਆ ਕਿ ਉਹ ਆਪਣੇ ਘਰ ਨੂੰ ਇੱਕ ਰੂਹਾਨੀ ਲੀਡਰ ਹੋ ਕੇ ਚਲਾ ਸਕਣ। ਉਹਨਾਂ ਦਾ ਫਰਜ਼ ਆ ਕਿ ਉਹ ਆਪਣੇ ਘਰ ਨੂੰ ਪ੍ਰੇਅਰ ਦੇ ਵਿੱਚ ਲੈ ਕੇ ਜਾ ਸਕਣ। ਉਹਨਾਂ ਦਾ ਫਰਜ਼ ਆ ਕਿ ਉਹ ਆਪਣੇ ਘਰ ਦੇ ਨਾਲ ਬੈਠ ਕੇ, ਆਪਣੇ ਪਰਿਵਾਰ ਦੇ ਨਾਲ ਬੈਠ ਕੇ ਥੋੜਾ ਜਿਹਾ ਪਰਮੇਸ਼ਰ ਦੇ ਵਚਨਾਂ ਤੋਂ ਸਾਂਝਾ ਕਰ ਸਕਣ। ਉਹਨਾਂ ਦਾ ਫਰਜ਼ ਆ ਕਿ ਉਹ ਆਪਣੇ ਪਰਿਵਾਰ ਨਾਲ, ਆਪਣੇ ਹਸਬੈਂਡ ਨਾਲ, ਆਪਣੀ ਵਾਈਫ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਮਾਂ-ਬਾਪ ਨਾਲ ਜਾਂ ਆਪਣੇ ਭੈਣ ਭਰਾਵਾਂ ਦੇ ਨਾਲ ਪੁੱਛ ਸਕਣ ਵੀ ਹਾਂਜੀ ਤੁਸੀਂ ਅੱਜ ਰੂਹ ਦੇ ਵਿੱਚ ਕੀ ਸਿੱਖਿਆ, ਤੁਹਾਡੇ ਨਾਲ ਰੱਬ ਨੇ ਕੀ ਗੱਲ ਕੀਤੀ। ਉਹ ਐਜ਼ ਅ ਸਪਿਰਿਚੁਅਲ ਲੀਡਰ ਆਪਣੇ ਘਰ ਨੂੰ ਤੋੜ ਸਕਣ ਪਰਮੇਸ਼ਵਰ ਦੀ ਗਾਈਡੈਂਸ ਦੇ ਵਿੱਚ, ਪਵਿੱਤਰ ਆਤਮਾ ਦੀ ਲੀਡਿੰਗ ਦੇ ਵਿੱਚ, ਪਰਮੇਸ਼ਵਰ ਦੇ ਰੂਹ ਦੀ ਲੀਡਿੰਗ ਦੇ ਮੁਤਾਬਿਕ ਆਪਣੇ ਘਰ ਨੂੰ ਅੱਗੇ ਲੈ ਕੇ ਜਾ ਸਕਣ। ਆਓ ਪੜਾਂਗੇ ਡਿਊਟਰੋਨੋਮੀ ਚੈਪਟਰ 4 ਵਰਸ 9। ਜੀ ਹਾਂ। ਤੁਸੀਂ ਕੇਵਲ ਸੁਚੇਤ ਰਹੋ ਅਤੇ ਆਪਣੇ ਆਪ ਦਾ ਪੂਰਨ ਧਿਆਨ ਰੱਖੋ ਤਾਂ ਜੋ ਤੁਸੀਂ ਇਹ ਸਭ ਗੱਲਾਂ ਭੁੱਲ ਨਾ ਜਾਵੋ ਜੋ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹੋ, ਸਗੋਂ ਤੁਸੀਂ ਇਹਨਾਂ ਗੱਲਾਂ ਦੀ ਆਪਣੇ ਜੀਵਨ ਭਰ ਪਾਲਣਾ ਕਰੋ ਅਤੇ ਇਹਨਾਂ ਨੂੰ ਆਪਣੀ ਸੰਤਾਨ ਅਤੇ ਸੰਤਾਨ ਦੀ ਸੰਤਾਨ ਨੂੰ ਵੀ ਸਿਖਾਓ। ਇਹ ਗੱਲਾਂ ਤੁਸੀਂ ਭੁੱਲਣੀਆਂ ਨਹੀਂ ਗੀਆਂ। ਪਰਮੇਸ਼ਵਰ ਦੇ ਸ਼ਬਦਾਂ ਨੂੰ, ਪਰਮੇਸ਼ਵਰ ਦੇ ਵਚਨਾਂ ਨੂੰ ਤੁਸੀਂ ਭੁੱਲਣਾ ਨਹੀਂ ਗਾ, ਬਲਕਿ ਤੁਹਾਡਾ ਫਰਜ਼ ਬਣਦਾ ਵੀਰੋ, ਤੁਹਾਡਾ ਫਰਜ਼ ਬਣਦਾ ਭਰਾਵੋ, ਤੁਹਾਡਾ ਫਰਜ਼ ਬਣਦਾ ਪਤੀਓ, ਤੁਹਾਡਾ ਫਰਜ਼ ਬਣਦਾ ਪਿਤਾਵੋ ਕਿ ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਬੱਚਿਆਂ ਦੇ ਬੱਚਿਆਂ ਨੂੰ ਵੀ ਇਹ ਗੱਲਾਂ ਸਿਖਾ ਸਕੋ। ਜਦੋਂ ਵਚਨ ਕਹਿੰਦਾ ਗੱਲਾਂ ਸਿਖਾ ਸਕੋ, ਮਤਲਬ ਕੀ ਆ? ਮਤਲਬ ਕਿ ਤੁਹਾਨੂੰ ਸਿਖਾਣਾ ਆਉਣਾ ਚਾਹੀਦਾ। ਇਹ ਸੌਖਾ ਨਹੀਂਗਾ ਰੂਹਾਨੀ ਚੀਜ਼ਾਂ ਉਹਨਾਂ ਨੂੰ ਸਿਖਾਣੀਆਂ, ਥੋੜਾ ਜ਼ੋਰ ਲੱਗੇਗਾ, ਮੁਸ਼ਕਿਲ ਹੋਏਗਾ, ਲੇਕਿਨ ਪਰਮੇਸ਼ਵਰ ਦੀ ਕਿਰਪਾ ਦੇ ਆਦੇ ਨਾਲ ਪਰਮੇਸ਼ਵਰ ਤੁਹਾਨੂੰ ਮਦਦ ਕਰੇਗਾ ਤਾਂ ਕਿ ਤੁਸੀਂ ਪਰਮੇਸ਼ਵਰ ਦੀਆਂ ਇਹ ਗੱਲਾਂ ਉਹਨਾਂ ਤੱਕ ਪਹੁੰਚਾ ਸਕੋ, ਉਹਨਾਂ ਨੂੰ ਸਿਖਾ ਸਕੋ। ਆਮੇਨ। ਆਓ ਦੇਖਾਂਗੇ ਆਪਾਂ ਹੋਰ ਵਚਨ ਚ ਜਾਵਾਂਗੇ, ਪ੍ਰਾਪਤ ਬਣੋ ਪੜਾਂਗੇ ਆਪਾਂ। ਜੀ ਹਾਂ, ਕੋਲੋਸੀਅਨਸ ਚੈਪਟਰ 3 ਦੇ ਵਿੱਚ ਦੇਖਾਂਗੇ ਵਰਸ 21 ਦੇ ਵਿੱਚ ਆਪਾਂ ਪੜਾਂਗੇ। ਨਵੇਂ ਨਿਯਮ ਦੇ ਵਿੱਚ ਕੋਲੋਸੀਅਨ ਚੈਪਟਰ 3 ਵਰਸ 21 ਦੇ ਵਿੱਚ ਇਹਦੇ ਨਾਲ ਮਿਲਦੇ ਜੁਲਦੇ ਵਰਸਿਸ ਹੈਗੇ ਨੇ। ਇਫੀਸੀਅਨ ਚੈਪਟਰ 5 ਵਰਸ 25 ਵੀ ਤੁਸੀਂ ਪੜ੍ਹ ਸਕਦੇ ਹੋ, ਇਫੀਸੀਅਨ ਚੈਪਟਰ 5 ਵਰਸ 33 ਵੀ ਤੁਸੀਂ ਪੜ੍ਹ ਸਕਦੇ ਹੋ, ਤੇ ਐਫਸੀਆ ਦੇ 5ਵੇਂ ਚੈਪਟਰ ਸਾਰਾ ਤੁਸੀਂ ਪੜ੍ਹ ਸਕਦੇ ਹੋ, 25ਵੇਂ ਤੋਂ ਲੈ ਕੇ 27ਵੇਂ ਤੱਕ ਤੇ 29ਵੇਂ ਤੱਕ, ਜਿੱਥੇ ਪਿਤਾਵਾਂ ਨੂੰ ਕਲੀਅਰਲੀ ਕਿਹਾ ਗਿਆ ਆ ਕਿ ਹਸਬੈਂਡਸ ਨੂੰ ਕਲੀਅਰਲੀ ਕਿਹਾ ਗਿਆ ਆ ਕਿ ਉਹ ਆਪਣੇ ਘਰ ਨੂੰ, ਆਪਣੇ ਘਰ ਵਾਲਿਆਂ ਨੂੰ ਰੂਹਾਨੀ ਤੌਰ ਤੇ ਲੀਡ ਕਰਨ, ਰੂਹਾਨੀ ਤੌਰ ਤੇ ਗਾਈਡ ਕਰਨ। ਆਮੇਨ। ਲੇਕਿਨ ਆਓ ਦੇਖਾਂਗੇ ਕੋਲੋਸੀਅਨ ਚੈਪਟਰ 3 ਵਰਸ 21। ਜੀ ਹਾਂ। ਮਾਪਿਓ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਖਿਜਾਓ ਨਾ ਤਾਂ ਜੋ ਉਹ ਨਿਰਾਸ਼ ਨਾ ਹੋ ਜਾਣ। ਮਾਪਿਆਂ ਦਾ ਫਰਜ਼ ਬਣਦਾ ਆ ਕਿ ਆਪਣੇ ਬੱਚਿਆਂ ਨੂੰ ਨਿਰਾਸ਼ ਨਾ ਹੋਣ ਦੇਣਾ। ਜਦੋਂ ਇੱਕ ਬੱਚਾ ਨਿਰਾਸ਼ ਹੋ ਜਾਂਦਾ ਆ, ਜਦੋਂ ਇੱਕ ਬੱਚਾ ਡਿਸਕਰੇਜ ਹੋ ਜਾਂਦਾ ਆ, ਉਹਨੂੰ ਖੜਾ ਕਰਨਾ ਬਹੁਤ ਹੀ ਮੁਸ਼ਕਲ ਆ। ਬੱਚੇ ਹੋਰ ਕਿਸੇ ਚੀਜ਼ ਤੋਂ ਨਿਰਾਸ਼ ਨਹੀਂ ਹੁੰਦੇ, ਲੇਕਿਨ ਜਦੋਂ ਉਹ ਦੇਖਦੇ ਨੇ ਆਪਣੇ ਪਿਤਾ ਨੂੰ, ਜਾਂ ਦੇਖਦੇ ਨੇ ਆਪਣੀ ਮਾਂ ਨੂੰ, ਆਪਣੇ ਮਾਤਾ ਪਿਤਾ ਨੂੰ ਦੇਖਦੇ ਨੇ ਕਿ ਉਹਨਾਂ ਨੇ ਕੁਝ ਕਹਿਤਾ ਜਾਂ ਉਹਨਾਂ ਨੇ ਕੁਝ ਕਰਤਾ ਜਾਂ ਉਹ ਕੁਝ ਗਲਤੀ ਕਰਤੀ ਜਾਂ ਕੁਝ ਵੀ ਹੋ ਗਿਆ, ਤਾਂ ਬੱਚੇ ਜਿਹੜੇ ਨਿਰਾਸ਼ ਹੋ ਜਾਂਦੇ, ਬੱਚੇ ਜਿਹੜੇ ਨੇ ਉਹ ਮੁਰਝਾ ਜਾਂਦੇ ਨੇ। ਲੇਕਿਨ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਪਿਤਾ ਦੀ ਜ਼ਿੰਮੇਵਾਰੀ ਆ ਕਿ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣ ਦੇਣਾ। ਇਹ ਮਾਂ ਦੀ ਵੀ ਜ਼ਿੰਮੇਵਾਰੀ ਆ ਕਿ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣ ਦੇਣਾ। ਬੱਚਿਆਂ ਨੂੰ ਹਮੇਸ਼ਾ ਇਨਕਰੇਜ ਕਰਦੇ ਰਹੋ, ਬੱਚਿਆਂ ਦੇ ਵਿੱਚ ਇਨਕਰੇਜਮੈਂਟ ਬਣੀ ਰਹੇ, ਤੁਹਾਡੇ ਬੱਚੇ ਫੁੱਲਾਂ ਵਾਂਗੂ ਖਿੜੇ ਹੋਏ ਹੋ। ਅੱਛਾ,
ਘਰ ਦੇ ਵਿੱਚ ਤੂੰ ਮੈਂ ਹੁੰਦੀ ਹੋਵੇ, ਉਹਦਾ ਅਸਰ ਸਭ ਤੋਂ ਜ਼ਿਆਦਾ ਬੱਚੇ ਤੇ ਪਏਗਾ। ਮੈਂ ਬੱਚੇ ਦੀਆਂ ਅੱਖਾਂ 'ਚ ਦੇਖ ਕੇ ਦੱਸ ਸਕਦਾ ਹਾਂ ਕਿ ਉਹਦੇ ਘਰ ਦੇ ਵਿੱਚ ਉਹਦੇ ਪਿਤਾ, ਉਹਦੀ ਮਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੈ। ਬੱਚਿਆਂ ਨੂੰ, ਜਿਹੜੇ ਬੱਚੇ ਖਿੰਡੇ ਹੋਏ ਨੇ, ਜਿਹੜੇ ਬੱਚੇ ਖੁਸ਼ੀ ਨਾਲ ਭਰੇ ਹੋਏ ਨੇ, ਜਿਹੜੇ ਬੱਚੇ ਕਹਿ ਲਓ ਕਿ ਬੜੇ ਕੌਨਫੀਡੈਂਸ ਦੇ ਵਿੱਚ ਅੱਗੇ ਵੱਧਦੇ ਨੇ, ਕਲੀਅਰਲੀ ਪਤਾ ਚੱਲ ਜਾਂਦਾ ਹੈ ਕਿ ਉਹਦੇ ਮਾਂ-ਬਾਪ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇਨਕਰੇਜਮੈਂਟ ਬਣੀ ਰਹਿੰਦੀ ਆ, ਉਹਨਾਂ ਦੇ ਵਿੱਚ ਖੁਸ਼ੀ ਬਣੀ ਹੋਈ ਆ, ਉਹ ਸਪਿਰਿਚੁਅਲ ਲੀਡਰ ਹੋ ਕੇ ਘਰ ਨੂੰ ਅੱਗੇ ਚਲਾਉਂਦੇ ਨੇ। ਲੇਕਿਨ ਜਦੋਂ ਬੱਚੇ ਜਿਹੜੇ ਨੇ ਮੁਰਝਾ ਜਾਂਦੇ ਨੇ, ਜਦੋਂ ਬੱਚੇ ਜਿਹੜੇ ਡਿਸਕਰੇਜ ਹੋ ਜਾਂਦੇ ਨੇ, ਜਦੋਂ ਬੱਚੇ ਜਿਹੜੇ ਨੇ ਕਹਿ ਲਓ ਕਿ ਆਸ ਛੱਡ ਦਿੰਦੇ ਨੇ, ਉੱਥੇ ਪ੍ਰਭੂ ਦੇ ਭੈਣੋ ਮਾਂ-ਬਾਪ ਦੇ ਉੱਤੇ ਇਹ ਰਿਸਪੌਂਸਿਬਿਲਿਟੀ ਪੈਂਦੀ ਹੈਗੀ ਹੈ। ਉਹਦਾ ਅਸਰ ਮਾਂ-ਬਾਪ ਤੇ ਪੈਂਦਾ ਆ। ਮਾਂ-ਬਾਪ ਦਾ ਜਿਹੜਾ ਉਹਨਾਂ ਦਾ ਵਿਵਹਾਰ ਹੈਗਾ ਆ, ਰਵੱਈਆ ਹੈਗਾ ਆ ਉਹਨਾਂ ਦਾ, ਉਹਦਾ ਅਸਰ ਬੱਚਿਆਂ ਤੇ ਡਾਇਰੈਕਟਲੀ ਪੈਂਦਾ ਪ੍ਰਭੂ। ਤਾਂ ਹੀ ਪਰਮੇਸ਼ਰ ਵਚਨ ਕਹਿੰਦਾ ਇਹ ਪਿਤਾ ਦੀ ਜ਼ਿੰਮੇਵਾਰੀ ਆ ਕਿ ਆਪਣੇ ਘਰ ਨੂੰ ਐਜ਼ ਏ ਲੀਡਰ ਹੋਵੇ ਅੱਗੇ ਲੈ ਕੇ ਜਾ ਸਕਣ, ਲੀਡ ਕਰ ਸਕਣ ਐਜ਼ ਏ ਸਪਿਰਿਚੁਅਲ ਲੀਡਰ। ਆਮੀਨ। ਤੇ ਮਾਂ ਦੀ ਰਿਸਪੌਂਸਿਬਿਲਿਟੀ ਆ ਆਪਣੇ ਘਰ ਦਾ ਜਿਹੜਾ ਮਾਹੌਲ ਆ, ਐਟਮੋਸਫੀਅਰ ਆ ਜਿਹੜਾ ਆਪਣੇ ਘਰ ਦਾ, ਉਹ ਸ਼ਾਂਤੀ ਦਾ, ਉਹ ਖੁਸ਼ੀ ਨਾਲ ਭਰਿਆ ਹੋਵੇ। ਘਰ ਦੇ ਵਿੱਚ ਖੁਸ਼ੀਆਂ ਦੌੜਦੀਆਂ ਹੋਣ। ਪ੍ਰਭੂ ਦੇ ਭੈਣੋ, ਆਪਾਂ ਸੋਚਦੇ ਸੀਗੇ ਕਿ ਜੇ ਬੱਚਿਆਂ ਨੂੰ ਚਲੋ ਜੀ ਖਾਣ ਨੂੰ ਮਿਲ ਗਿਆ, ਬੱਚਿਆਂ ਨੂੰ ਕੱਪੜੇ ਮਿਲ ਗਏ, ਬੱਚੇ ਚੰਗੇ ਸਕੂਲ ਪੜ੍ਹਦੇ ਨੇ, ਬਸ ਸਭ ਕੁਝ ਦੇਤਾ। ਲੇਕਿਨ ਬੱਚਿਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਉਹਨਾਂ ਦੀ ਇਮੋਸ਼ਨਲ ਖੁਰਾਕ ਆ ਕਿ ਬੱਚਿਆਂ ਨੂੰ ਸ਼ਾਂਤੀ ਮਿਲੇ, ਬੱਚਿਆਂ ਨੂੰ ਇੱਕ ਐਸਾ ਥਾਂ ਮਿਲੇ ਜਿੱਥੇ ਉਹ ਸਿਕਿਉਰ ਮਹਿਸੂਸ ਕਰ ਸਕਣ, ਬੱਚਿਆਂ ਨੂੰ ਐਸੀ ਜਗ੍ਹਾ ਮਿਲੇ ਜਿੱਥੇ ਉਹਨਾਂ ਨੂੰ ਪਿਓ ਦਾ ਪਿਆਰ ਮਿਲ ਸਕੇ, ਮਾਂ ਦਾ ਪਿਆਰ ਮਿਲ ਸਕੇ। ਆਮੀਨ। ਉੱਥੇ ਜਿਹੜੇ ਬੱਚੇ ਤੁਹਾਡੇ ਨੇ ਇਮੋਸ਼ਨਲੀ, ਜਿਹੜੇ ਬੱਚੇ ਨੇ ਤੁਹਾਡੇ, ਉਹ ਗਰੋ ਹੋਣਗੇ, ਉਹਨਾਂ ਵਿੱਚ ਪਿਆਰ ਛਾਇਆ ਰਹੇਗਾ, ਉਹਨਾਂ 'ਚ ਸ਼ਾਂਤੀ ਛਾਈ ਰਹੇਗੀ, ਉਹਨਾਂ 'ਚ ਖੁਸ਼ੀ ਛਾਈ ਰਹੇਗੀ। ਆਮੀਨ। ਸੋ ਪ੍ਰੇਅਰ ਦੇ ਨਾਲ ਨਹੀਂ, ਪਾਸਟਰ ਜੀ ਪ੍ਰੇ ਕਰੋ ਸਾਡਾ ਬੱਚਾ ਬੋਲਦਾ ਨਹੀਂ, ਪਾਸਟਰ ਜੀ ਪ੍ਰੇ ਕਰੋ ਸਾਡਾ ਬੱਚਾ ਗੁੰਮਸੁੰਮ ਰਹਿੰਦਾ ਆ, ਪਾਸਟਰ ਜੀ ਪ੍ਰੇ ਕਰੋ ਸਾਡਾ ਬੱਚਾ ਸ਼ਾਈ ਬਹੁਤ ਆ, ਡਿਸਕਰੇਜਮੈਂਟ ਵਿੱਚ ਪਿਆ ਹੋਇਆ ਆ, ਗੱਲਬਾਤ ਨਹੀਂ ਕਰਦਾ, ਕਿਸੇ ਨਾਲ ਮਿਲਦਾ ਮੁਲਦਾ ਨਹੀਂ। ਇੱਧਰ ਇਹ ਪ੍ਰੇਅਰ ਦੇ ਨਾਲ ਨਹੀਂ, ਇਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਬੱਚੇ ਨੂੰ ਮਾਂ ਤੇ ਬਾਪ ਦੇ ਹੱਥਾਂ ਦੇ ਵਿੱਚ ਆ। ਜੇ ਮਾਂ ਬਾਪ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰ ਲੈਣ, ਸ਼ਾਂਤੀ ਦਾ ਮਾਹੌਲ ਪੈਦਾ ਕਰ ਲੈਣ, ਰੂਹ ਦਾ ਮਾਹੌਲ ਪੈਦਾ ਕਰ ਲੈਣ, ਜਿੱਥੇ ਪ੍ਰੇਅਰ ਹੋ ਰਹੀ ਹੈ, ਜਿੱਥੇ ਪ੍ਰਭੂ ਦਾ ਵਚਨ ਸੁਣਾਇਆ ਜਾ ਰਿਹਾ ਆ, ਉਹਦਾ ਅਸਰ ਸਿੱਧਾ ਬੱਚਿਆਂ ਤੇ ਪਏਗਾ। ਕੁਛ ਹੀ ਹਫ਼ਤਿਆਂ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਨੇ ਬਹਾਲ ਹੋ ਜਾਣਗੇ, ਬਰਕਤਾਂ ਨਾਲ ਭਰਪੂਰ ਹੋ ਜਾਣਗੇ। ਆਮੀਨ। ਸੋ ਆਪਾਂ ਪੜ੍ਹ ਰਹੇ ਹੈਗੇ ਪ੍ਰਭੂ ਦੇ ਭੈਣੋ 5 ਫਾਊਂਡੇਸ਼ਨਸ ਦੇ ਬਾਰੇ ਦੇਖ ਰਹੇ ਹੈਗੇ। ਪਹਿਲੀ ਫਾਊਂਡੇਸ਼ਨ ਦੇਖ ਰਹੇ ਹਾਂ ਕਿ ਇੱਕ ਹਸਬੈਂਡ ਜਾਂ ਇੱਕ ਪਿਤਾ ਜਾਂ ਇੱਕ ਭਰਾ ਦਾ ਮੇਨ ਰੋਲ ਘਰ ਦੇ ਵਿੱਚ ਹੈ, ਉਹ ਐਜ਼ ਏ ਸਪਿਰਿਚੁਅਲ ਲੀਡਰ ਹੈ ਕਿ ਉਹ ਲੀਡ ਕਰ ਸਕੇ ਸਾਰੇ ਘਰ ਨੂੰ ਰੂਹਾਨੀ ਤੌਰ ਤੇ। ਦੇਖਾਂਗੇ ਪ੍ਰਭੂ ਦੇ ਬਣਾਉ, ਆਪਾਂ ਪਰਮੇਸ਼ਰ ਦਾ ਵਚਨ ਹੋਰ ਦੇਖਾਂਗੇ ਆਪਾਂ ਚੜ੍ਹਦੇ ਨੇ। ਇਹ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਬੜੀ ਜ਼ਬਰਦਸਤ ਐਗਜ਼ਾਮਪਲ ਹੈਗੀ ਆ, ਤੇ ਇਹ ਜਿਹੜੀ ਐਗਜ਼ਾਮਪਲ ਹੈਗੀ ਆ ਇਹਦੇ ਬਾਰੇ ਆਪਾਂ ਥੋੜਾ ਜਿਹਾ ਪੜਾਂਗੇ। ਆਓ ਦੇਖੀਏ ਸੰਤ ਮਤੀ ਚੈਪਟਰ 1 ਵਰਸ 20 ਐਂਡ 21। ਇਹ ਜਿਹੜੀ ਐਗਜ਼ਾਮਪਲ ਹੈ ਕਿ ਜੋਸਫ ਦੀ ਹੈਗੀ ਆ। ਜੋਸਫ ਕੌਣ? ਪ੍ਰਭੂ ਯਿਸੂ ਮਸੀਹ ਜੀ ਦੇ ਧਰਤੀ ਦੇ ਜਿਹੜੇ ਪਿਤਾ ਸੀਗੇ, ਯਾਨੀ ਕਿ ਮਰੀਮ ਦੇ ਨਾਲ ਜਿਨ੍ਹਾਂ ਦੀ ਮੰਗਣੀ ਹੋਈ ਸੀ, ਮਰੀਮ ਦੇ ਨਾਲ ਬਾਅਦ ਜਾ ਕੇ ਜਿਨ੍ਹਾਂ ਦੀ ਸ਼ਾਦੀ ਹੋਈ। ਆਫ ਕੋਰਸ ਪ੍ਰਭੂ ਯਿਸੂ ਮਸੀਹ ਜੀ ਉਹਨਾਂ ਦੇ ਸਿੱਧਾ ਪਿਤਾ ਹੈ ਨਹੀਂ ਸੀ ਕਿਉਂਕਿ ਉਹ ਤਾਂ ਉੱਪਰੋਂ ਆਏ ਸੀਗੇ, ਲੇਕਿਨ ਜੋਸਫ ਜਿਹੜੇ ਸੀਗੇ ਉਹ ਇੰਨਾ ਜ਼ਿਆਦਾ ਮੈਚੁਰ ਸੀ। ਜੋਸਫ ਨੇ ਇੰਨੀ ਚੰਗੀ ਤਰੀਕੇ ਦੇ ਨਾਲ ਐਜ਼ ਏ ਸਪਿਰਿਚੁਅਲ ਲੀਡਰ ਦਾ ਰੋਲ ਅਦਾ ਕੀਤਾ ਆਪਣੇ ਘਰ ਦੇ ਵਿੱਚ, ਆਪਣੀ ਵਾਈਫ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਕਿ ਜ਼ਬਰਦਸਤ ਪ੍ਰਭਾਵ ਪੈਣਾ ਹੈ। ਆਓ ਦੇਖੋ, ਇੱਕ ਹੋਰ ਗੱਲ ਵੀ ਦੇਖਣ ਵਾਲੀ ਇਹ ਹੈਗੀ ਆ, ਜਦੋਂ ਵੀ ਪਰਮੇਸ਼ਰ ਗੱਲਬਾਤ ਕਰਦਾ ਨਾ ਕਿਸੇ ਘਰ ਦੇ ਵਿੱਚ, ਉਹ ਸਿੱਧਾ ਸਿਰ ਨਾਲ ਗੱਲ ਕਰੇਗਾ, ਉਹ ਸਿੱਧਾ ਹਸਬੈਂਡ ਨਾਲ ਗੱਲ ਕਰੇਗਾ, ਜਾਂ ਉਹ ਸਿੱਧਾ ਪਿਤਾ ਨਾਲ ਗੱਲ ਕਰੇਗਾ, ਉਹ ਸਿੱਧਾ ਮੁਖੀਏ ਨਾਲ ਗੱਲ ਕਰੇਗਾ। ਬਾਈਬਲ ਵਿੱਚ ਬੜੀਆਂ ਐਗਜ਼ਾਮਪਲਸ ਹੈਗੀਆਂ, ਪਰਮੇਸ਼ਰ ਨੇ ਸਿੱਧਾ ਕਦੇ ਵੀ ਕਿਸੇ ਮਤਲਬ ਇਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ, ਬਲਕਿ ਸਿੱਧਾ ਰੱਬ ਨੇ ਮੁਖੀਏ ਨਾਲ ਗੱਲ ਕੀਤੀ, ਸਿਰ ਨਾਲ ਗੱਲ ਕੀਤੀ, ਕਿਉਂਕਿ ਸਿਰ ਨੂੰ ਹੀ ਉਹ ਮਸਾ ਕਰਦਾ ਹੈਗਾ। ਸੋ ਪੜਾਂਗੇ ਆਪਾਂ ਜੋਸਫ ਦੀ, ਦੇਖੋ ਜ਼ਬਰਦਸਤ। ਮੈਥਿਊ ਚੈਪਟਰ 1 ਵਰਸ 20 ਐਂਡ 21। ਜੀ ਹਾਂ।
ਪਰ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ, ਦਾਊਦ ਦੀ ਸੰਤਾਨ, ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੀ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ। ਯੂਸਫ ਨੇ ਸਿੱਧਾ ਕੋਈ ਡਿਸੀਜਨ ਨਹੀਂ ਲਿਆ। ਵੀ ਯੂਸਫ ਨੂੰ ਪਤਾ ਲੱਗ ਗਿਆ ਵੀ ਐਂ ਹੋ ਗਿਆ ਜੀ, ਉਹਨੇ ਚੱਕਿਆ ਫੋਨ, ਚੜਦੇ ਨੇ WhatsApp ਮਾਰਤਾ, ਉਹਨੇ ਟਵੀਟ ਕਰ ਦਿੱਤਾ, ਫੇਸਬੁੱਕ ਤੇ ਵੀ ਚੜਤੀ, ਲੈ ਵੀ ਜਿਹਦੇ ਨਾਲ ਮੇਰੀ ਮੰਗਣੀ ਹੋਈ ਸੀ ਉਹ ਤਾਂ ਇਦਾਂ ਦੀ ਨਿਕਲੀ, ਉਹ ਤਾਂ ਇਦਾਂ ਦੀ ਨਿਕਲੀ, ਉਹ ਤਾਂ ਇਦਾਂ। ਨਹੀਂ 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 ਨਹੀਂ, ਯੂਸਫ ਵਿਚਾਰ ਕਰਨ ਲੱਗਿਆ। ਯੂਸਫ ਸੋਚ ਹੀ ਰਿਹਾ ਸੀ ਹਜੇ। ਯੂਸਫ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਹੀ ਕਰ ਰਿਹਾ ਸੀ, ਤੇ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਨੇ ਆਪਣਾ ਦੂਤ ਭੇਜ ਕੇ ਯੂਸਫ ਨੂੰ ਗਾਈਡ ਕੀਤਾ, ਲੀਡ ਕੀਤਾ, ਤੇ ਉਹਨੂੰ ਦੱਸਿਆ ਕਿ ਯੂਸਫ, ਇਹ ਜਿਹੜਾ ਬੱਚਾ ਪੈਦਾ ਹੋਣ ਜਾ ਰਿਹਾ ਇਹ ਮੁਕਤੀ ਦਾਤਾ ਹੈ। ਮਰੀਅਮ ਨੂੰ ਕਬੂਲ ਕਰ ਲਾ, ਸਵੀਕਾਰ ਕਰ ਲਾ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਬਰਕਤ ਹੈ। ਬਾਈਬਲ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਹੋਏ ਨੇ ਜਿਨ੍ਹਾਂ ਨੇ ਜਿਹੜੇ ਆਪਣੇ ਪਰਿਵਾਰ ਦੇ ਵਾਸਤੇ ਸਪਿਰਿਚੁਅਲ ਲੀਡਰ ਨਹੀਂ ਬਣੇ। ਆਪਾਂ ਨੂੰ ਐਲੀ ਦੀ ਐਗਜ਼ਾਮਪਲ ਤਾਂ ਪਤਾ ਹੀ ਹੈ ਵੀ ਜਿਹੜੇ ਦੋ ਪੁੱਤਰ ਸੀਗੇ, ਤੇ ਉਹ ਜਿਹੜੇ ਦੋ ਪੁੱਤਰ ਸੀਗੇ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਕੰਮ ਕਰਦੇ ਸੀ, ਲੇਕਿਨ ਉਹ ਬਹੁਤ ਹੀ ਗੜਬੜ ਕੀਤੀ ਉਹਨਾਂ ਨੇ, ਤੇ ਪਰਮੇਸ਼ਰ ਤੋਂ ਬਹੁਤ ਦੂਰ ਹੋ ਗਏ ਸੀ, ਪਾਪ ਦੇ ਵਿੱਚ ਪੈ ਗਏ ਸੀਗੇ, ਤੇ ਕਿਸ ਤਰ੍ਹਾਂ ਉਹਨਾਂ ਦੀ ਬਾਅਦ 'ਚ ਮੌਤ ਹੋਈ ਆਪਾਂ ਨੂੰ ਪਤਾ ਹੈਗੀ ਆ। ਫਿਰ ਜੇ ਤੁਸੀਂ ਦੇਖ ਲਓ ਸੈਮੂਅਲ ਦੀ ਐਗਜ਼ਾਮਪਲ ਦੇਖ ਲਓ, ਤਾਂ ਫਿਰ ਤੁਸੀਂ ਡੇਵਿਡ ਦੀ ਐਗਜ਼ਾਮਪਲ ਦੇਖ ਲਓ। ਡੇਵਿਡ ਦੀ ਗਾਂ ਜਿਹੜੇ ਬੱਚੇ ਹੋਏ ਨੇ ਉਹ ਆਪਣੇ ਸਾਰੇ ਘਰ ਨੂੰ ਸੰਭਾਲ ਨਹੀਂ ਸਕਿਆ। ਐਜ਼ ਏ ਸਪਿਰਿਚੁਅਲ ਲੀਡਰ ਸਾਰੇ ਰਾਜ ਨੂੰ ਤਾਂ ਸੰਭਾਲਦਾ ਰਿਹਾ, ਸਾਰੇ ਦੇਸ਼ ਨੂੰ ਤਾਂ ਸੰਭਾਲਦਾ ਰਿਹਾ, ਲੇਕਿਨ ਆਪਣੇ ਘਰ ਨੂੰ ਆਪਣੇ ਬੱਚਿਆਂ ਨੂੰ ਉਹ ਸੰਭਾਲ ਨਾ ਸਕਿਆ। ਲੇਕਿਨ ਪਰਮੇਸ਼ਰ ਦਾ ਵਚਨ ਨਵੇਂ ਨਿਯਮ ਵਿੱਚ ਆਪਾਂ ਨੂੰ ਸਿਖਾਉਂਦਾ ਆ, ਆਪਾਂ ਇਦਾਂ ਨਹੀਂ ਕਰਨਾ। ਆਪਣੇ ਪਹਿਲੇ ਨੰਬਰ ਤੇ ਪ੍ਰਭੂ ਤੇ ਬਣਾਓ। ਇੱਕ ਜਿਹੜੀ ਜ਼ਬਰਦਸਤ ਫਾਊਂਡੇਸ਼ਨ ਪਰਮੇਸ਼ਰ ਦੇ ਵਚਨ 'ਚ ਹੈ, ਪ੍ਰਿੰਸੀਪਲ ਹੈ ਕਿ ਹਸਬੈਂਡਸ ਦਾ, ਪਿਤਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਐਸਾ ਰੋਲ ਅਦਾ ਕਰਨ ਆਪਣੇ ਘਰ ਦੇ ਵਿੱਚ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਆ, ਤਾਂ ਕਿ ਪਰਮੇਸ਼ਰ ਦੀ ਬਰਕਤ ਉਹਨਾਂ ਤੇ ਛਾਵੇ। ਆਓ ਦੇਖੀਏ ਚੜ੍ਹਦੇ ਨੇ ਆਪਾਂ ਲੂਕ ਚੈਪਟਰ 2 ਵਰਸ 41 ਦੇਖਾਂਗੇ। ਜੀ ਹਾਂ, ਸੰਤ ਲੂਕਾਸ ਦੂਸਰਾ ਚੈਪਟਰ ਤੇ ਉਹਦਾ 41 ਵਰਸ ਦੇਖਾਂਗੇ ਆਪਾਂ। ਹਾਂਜੀ, ਪੰਜਾਬੀ ਚ ਦੇਖਾਂਗੇ। ਆਓ ਦੇਖੇ ਜਾਂਦੇ ਨੇ। ਪਸਾਹ ਦੇ ਤਿਉਹਾਰ ਦੇ ਸਮੇਂ ਯਿਸੂ ਦੇ ਮਾਤਾ-ਪਿਤਾ ਹਰ ਸਾਲ ਯਰੂਸ਼ਲਮ ਨੂੰ ਜਾਇਆ ਕਰਦੇ ਸਨ। ਹਰ ਸਾਲ ਹੈ ਪਸਾਹ ਦੇ ਤਿਉਹਾਰ ਦੇ ਵਿੱਚ ਵਾਸਤੇ ਜਰੂਸਲਮ ਨੂੰ ਜਾਇਆ ਕਰਦੇ ਸਨ। ਸੋਚੋ ਤੁਸੀਂ, ਹਰ ਸਾਲ ਜਰੂਸਲਮ ਦੇ ਵਿੱਚ ਪਸਾਹ ਦੇ ਤਿਉਹਾਰ ਦੇ ਵਾਸਤੇ ਵਰਸ਼ਿਪ ਕਰਨ ਜਾਂਦੇ ਨੇ। ਤੁਸੀਂ ਦੇਖੋ ਤੁਸੀਂ, ਉਹ ਕਿੰਨਾ ਜ਼ਿਆਦਾ ਸਪਿਰਿਚੁਅਲ ਨੇ, ਉਹ ਕਿੰਨੇ ਜ਼ਿਆਦਾ ਰੂਹ ਦੇ ਵਿੱਚ ਬਣੇ ਹੋਏ ਨੇ। ਜੋਸਫ ਜਿਹੜਾ ਆ, ਇਹ ਉਹਦੀ ਰਿਸਪੌਂਸਿਬਿਲਿਟੀ ਸੀ, ਤੇ ਉਹਨੇ ਆਪਣੀ ਰਿਸਪੌਂਸਿਬਿਲਿਟੀ ਬੜੇ ਚੰਗੇ ਤਰੀਕੇ ਨਾਲ ਨਿਭਾਈ, ਕਿਉਂਕਿ ਆਪਾਂ ਨੂੰ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਬਹੁਤ ਹੀ ਜ਼ਿਆਦਾ ਗਰੋਥ ਪ੍ਰਾਪਤ ਕੀਤੀ ਆਪਣੇ ਬਚਪਨ ਦੇ ਵਿੱਚ। ਠੀਕ ਹੈ ਜੀ, ਆਓ ਦੇਖਾਂਗੇ ਆਪਾਂ ਜੈਨੇਸਿਸ ਚੈਪਟਰ 48 ਦੇਖਾਂਗੇ, ਵਰਸ 14 ਦੇ ਵਿੱਚ ਆਪਾਂ ਪੜਾਂਗੇ ਪਰਮੇਸ਼ਰ ਦਾ ਵਚਨ ਕੀ ਆਖਦਾ ਹੈ ਜੀ। ਜੈਨੇਸਿਸ 48 ਵਰਸ 14, ਹਾਂਜੀ 48:14 ਉਤਪਤੀ ਕਿਤਾਬ। ਹਾਂਜੀ, ਪਰ ਯਾਕੂਬ ਨੇ ਆਪਣਾ ਸੱਜਾ ਹੱਥ ਵਧਾ ਕੇ ਅਫਰਾਇਮ ਦੇ ਸਿਰ ਤੇ ਰੱਖਿਆ ਅਤੇ ਖੱਬਾ ਮਨੁਸ਼ੇ ਦੇ ਸਿਰ ਤੇ। ਬੇਸ਼ੱਕ ਮਨੁਸ਼ਾ ਅਫਰਾਇਮ ਤੋਂ ਵੱਡਾ ਸੀ। ਇੱਥੇ ਆਪਾਂ ਦੇਖ ਰਹੇ ਹੈਗੇ ਆ ਪਹਿਲਾਂ ਨੇ ਕਿਉਂ ਰੱਖਿਆ, ਇਹ ਤਾਂ ਆਪਾਂ ਪਹਿਲਾਂ ਸਟੱਡੀ ਕਰ ਚੁੱਕੇ ਹਾਂ ਬਹੁਤ ਦਫਾ, ਲੇਕਿਨ ਇੱਥੇ ਆਪਾਂ ਦੇਖ ਰਹੇ ਹਾਂ ਕਿ ਜੋਸਫ ਨੇ ਆਪਣਾ ਹੱਥ ਵਧਾ ਕੇ, ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ ਇੱਥੇ ਕਿ ਉਹਨੇ ਆਪਣਾ ਹੱਥ ਵਧਾ ਕੇ ਇਸ ਪਿਤਾ ਨੇ ਆਪਣੇ ਬੱਚਿਆਂ ਦੇ ਉੱਤੇ ਰੱਖਿਆ। ਆਮੀਨ। ਤੁਸੀਂ ਜਿਹੜੇ ਮੇਰੇ ਭਰਾ ਵੀ ਨੇ ਸੁਣਦੇ ਨੇ ਅੱਜ, ਮੈਨੂੰ ਪਤਾ ਭੈਣਾਂ ਕਿ ਮੈਂ ਪ੍ਰੇ ਕਰਦੀ ਹਾਂ ਆਪਣੇ ਬੱਚਿਆਂ ਲਈ, ਲੇਕਿਨ ਭਰਾ ਤੁਸੀਂ ਕਦੋਂ ਪ੍ਰੇ ਕੀਤੀ ਆਪਣੇ ਬੱਚਿਆਂ ਲਈ? ਹਸਬੈਂਡਸ ਤੁਸੀਂ ਕਦੋਂ ਪ੍ਰੇਅਰ ਕੀਤੀ ਆਪਣੇ ਬੱਚਿਆਂ ਦੇ ਲਈ? ਪਿਤਾਓ ਤੁਸੀਂ ਕਦੋਂ ਪ੍ਰੇਅਰ ਕੀਤੀ ਆਪਣੇ ਬੱਚਿਆਂ ਦੇ ਲਈ? ਕਦੋਂ ਤੁਸੀਂ ਜਾ ਕੇ ਉਹਨਾਂ ਉੱਤੇ ਹੱਥ ਰੱਖਿਆ ਤੇ ਉਹਨਾਂ ਨੂੰ ਬਲੈਸ ਕੀਤਾ? ਕਦੋਂ ਤੁਸੀਂ ਜਾ ਕੇ ਉਹ ਸੌਣ ਜਾ ਰਹੇ ਨੇ, ਗੁੱਡ ਨਾਈਟ ਕਰਨ ਗਏ ਆ, ਤੁਸੀਂ ਗੁੱਡ ਨਾਈਟ ਕਿਸ ਦਿਨ ਗਏ ਹੈਗੇ ਉਹਨਾਂ ਨੂੰ, ਤੇ ਉਹਨਾਂ ਨੇ ਮੱਥੇ ਤੇ ਹੱਥ ਰੱਖਿਆ, ਉਹਨਾਂ ਨੇ ਸਿਰ ਤੇ ਹੱਥ ਰੱਖਿਆ, ਉਹਨਾਂ ਨੂੰ ਬਰਕਤ ਦਿੱਤੀ? ਕਦੋਂ ਤੁਸੀਂ ਸਵੇਰੇ ਉਹਨਾਂ ਨੂੰ ਸਕੂਲ ਦੇ ਵਾਸਤੇ ਰਵਾਨਾ ਕੀਤਾ, ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਬਲੈਸ ਕਰਕੇ? ਬੱਚੋ ਆਸ਼ੀਰਵਾਦ ਲਓ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ, ਜਾਓ ਪੜੋ, ਤਰੱਕੀਆਂ ਮਾਣੋ। ਮਾਮਾ ਕਰਦੀਆਂ ਨੇ, ਭੈਣਾਂ ਕਰਦੀਆਂ ਨੇ, ਲੇਕਿਨ ਪਿਤਾ ਜਾਂ ਤਾਂ ਫੋਨਾਂ 'ਤੇ ਲੱਗੇ ਹੁੰਦੇ ਨੇ, ਜਾਂ ਟੀਵੀ 'ਤੇ ਲੱਗੇ ਹੁੰਦੇ ਨੇ, ਜਾਂ ਕੰਮ 'ਤੇ ਲੱਗੇ ਹੁੰਦੇ ਨੇ, ਜਾਂ ਇੱਧਰ ਉੱਧਰ ਦੀਆਂ ਚੀਜ਼ਾਂ ਲੱਗੇ ਹੁੰਦੇ ਨੇ।
ਲੇਕਿਨ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ? ਪਰਮੇਸ਼ਰ ਦਾ ਵਚਨ ਕਹਿੰਦਾ ਹੈ ਪਿਤਾਵਾਂ ਦੀ ਰਿਸਪੌਂਸਿਬਿਲਿਟੀ ਆ। ਜੇ ਆਪਾਂ ਚਾਹੁੰਦੇ ਹਾਂ ਕਿ ਆਪਣਾ ਘਰ ਤਰੱਕੀ ਕਰੇ, ਆਪਣਾ ਪਰਿਵਾਰ ਤਰੱਕੀ ਕਰੇ, ਪਹਿਲੇ ਨੰਬਰ ਤੇ ਜਿਹੜੀ ਫਾਊਂਡੇਸ਼ਨ ਆਪਾਂ ਨੂੰ ਪਰਮੇਸ਼ਰ ਵਚਨ 'ਚ ਮਿਲ ਰਹੀ ਆ, ਇਹ ਜ਼ਿੰਮੇਵਾਰੀ ਭਰਾਵਾਂ ਤੇ ਪੈ ਰਹੀ ਆ, ਇਹ ਜ਼ਿੰਮੇਵਾਰੀ ਪਿਤਾਵਾਂ ਤੇ ਪੈ ਰਹੀ ਹੈ, ਹਸਬੈਂਡਸ ਤੇ ਪੈ ਰਹੀ ਹੈ, ਤਾਂ ਕਿ ਉਹ ਇਹ ਰੋਲ ਅਦਾ ਕਰ ਸਕਣ, ਸਪਿਰਿਚੁਅਲ ਲੀਡਰ ਦਾ ਰੋਲ ਜਿਹੜਾ ਹੈਗਾ ਆ ਉਹ ਅਦਾ ਕਰ ਸਕਣ। ਮੈਂ ਇੱਕ ਮਾਂ ਆਪਣੀ ਬੇਟੀ ਨੂੰ ਸਿਖਾ ਰਹੀ ਸੀਗੀ ਕਿ ਬੇਟਾ ਜੀ ਜਦੋਂ ਵੀ ਤੁਸੀਂ ਕੋਈ ਗਿਫਟ ਰਿਸੀਵ ਕਰਦੇ ਹੋ ਜਾਂ ਜਦੋਂ ਕੋਈ ਆ ਕੇ ਤੁਹਾਨੂੰ ਕੋਈ ਗਿਫਟ ਦਿੰਦਾ ਆ ਜਾਂ ਕੋਈ ਚੀਜ਼ ਦਿੰਦਾ ਆ, ਬੇਟਾ ਯੂ ਹੈਵ ਟੂ ਸੇ ਥੈਂਕ ਯੂ ਆਂਟੀ, ਥੈਂਕ ਯੂ ਪਾਸਟਰ ਜੀ, ਥੈਂਕ ਯੂ ਮੰਮੀ, ਥੈਂਕ ਯੂ ਡੈਡੀ। ਸੋ ਉਹਨੇ ਚੰਗੀ ਤਰ੍ਹਾਂ ਆਪਣੇ ਬੱਚੇ ਨੂੰ ਸਮਝਾਇਆ ਵੀ ਕੋਈ ਚੀਜ਼ ਰਿਸੀਵ ਕਰਨ ਤੋਂ ਬਾਅਦ ਥੈਂਕ ਯੂ ਕਹਿਣਾ ਜ਼ਰੂਰੀ ਹੁੰਦਾ ਹੈ। ਤੇ ਉਹ ਤੋਂ ਬਾਅਦ ਮਾਂ ਜਿਹੜੀ ਸੀਗੀ ਉਹ ਆਪਣੇ ਕਿਚਨ ਚ ਲਈ ਗਈ ਤੇ ਜਾ ਕੇ ਦੁੱਧ ਦਾ ਗਲਾਸ ਲੈ ਕੇ ਆਉਂਦੀ ਹੈਗੀ ਆਪਣੀ ਬੇਟੀ ਦੇ ਵਾਸਤੇ, ਲੈ ਕੇ ਦੁੱਧ ਦਾ ਗਲਾਸ ਆਪਣੀ ਬੇਟੀ ਨੂੰ ਦਿੰਦੀ ਹੈ, ਬੇਟੀ ਇਹ ਲੋ ਗਲਾਸ ਆਫ ਮਿਲਕ ਫॉर ਯੂ। ਪੈਣ ਤੋਂ ਪਹਿਲਾਂ ਜਦੋਂ ਦੁੱਧ ਦਾ ਗਲਾਸ ਉਹਨੂੰ ਦੇ ਦਿੰਦੀ ਹੈਗੀ ਆ ਤੇ ਫਿਰ ਬਾਅਦ ਚ ਕਹਿੰਦੀ ਹੈਗੀ ਆ ਨਾਓ ਵਾਟ ਸ਼ੁਡ ਬੇਬੀ ਸੇ, ਵੀ ਹੁਣ ਤੂੰ ਕੀ ਆਖੇਂਗੀ? ਤੇ ਉਹਨੇ ਬੱਚੀ ਨੇ ਸੋਚਿਆ, ਸੋਚ ਕੇ ਗਲਾਸ ਤਾਂ ਚੱਕਿਆ ਦੁੱਧ ਦਾ, ਕਹਿੰਦੀ ਤਾਂ ਚੱਕ ਕੇ ਕਹਿੰਦੀ ਚੀਅਰਸ। ਬੱਚੇ ਨੇ ਜਿਹੜੇ ਉਹ ਮਾਂ-ਬਾਪ ਨੂੰ ਦੇਖ ਕੇ, ਐਗਜ਼ਾਮਪਲਸ ਦੇਖ ਕੇ ਉਹਨਾਂ ਨੂੰ ਫੋਲੋ ਕਰਦੇ ਨੇ। ਮਾਂ-ਬਾਪ ਦੀ ਸਿੱਖਿਆ ਤੋਂ ਜ਼ਿਆਦਾ ਮਾਂ-ਬਾਪ ਦੀ ਐਗਜ਼ਾਮਪਲ ਨੂੰ ਫੋਲੋ ਕਰਨਗੇ। ਸੋ ਜੇ ਪਿਤਾ ਆਪਣੇ ਬੱਚਿਆਂ ਦੇ ਉੱਤੇ, ਆਪਣੇ ਘਰ ਦੇ ਵਿੱਚ ਇੱਕ ਸਪਿਰਿਚੁਅਲ ਲੀਡਰ ਹੋਣ ਦਾ ਰੋਲ ਅਦਾ ਕਰਨਗੇ, ਉਤੋਂ ਬੱਚੇ ਵੀ ਸਿੱਖਣਗੇ, ਆਪਣੇ ਘਰ ਵਾਲੇ ਵੀ ਸਿੱਖਣਗੇ, ਵਾਈਫ ਵੀ ਸਿੱਖੇਗੀ, ਸਾਰੇ ਸਿੱਖਣਗੇ ਪਰਮੇਸ਼ਰ ਦਾ ਵਚਨ ਤੇ ਉਹ ਅੱਗੇ ਵਧਣਗੇ। ਸੋ ਬਰਾਬਰ ਇਹ ਸੀਗੀ ਆਪਣੀ ਪਹਿਲੀ ਫਾਊਂਡੇਸ਼ਨ ਜੋ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ। ਦੂਸਰੀ ਫਾਊਂਡੇਸ਼ਨ ਆਪਾਂ ਦੇਖਾਂਗੇ ਚੱਲਦੇ ਨੇ। ਦੂਸਰੀ ਫਾਊਂਡੇਸ਼ਨ ਪਰਮੇਸ਼ਰ ਦੇ ਵਚਨ ਦੇ ਵਿੱਚ ਦੱਸਿਆ ਹੈਗਾ ਆ ਫਾਊਂਡੇਸ਼ਨ ਆਫ ਏ ਵਾਈਫ, ਇੱਕ ਵਾਈਫ ਦੀ ਫਾਊਂਡੇਸ਼ਨ, ਇੱਕ ਮਾਂ ਦੀ ਫਾਊਂਡੇਸ਼ਨ, ਇੱਕ ਭੈਣ ਦੀ ਫਾਊਂਡੇਸ਼ਨ। ਜਾਣੀ ਕਿ ਕੀ ਹੈ ਫਾਊਂਡੇਸ਼ਨ? ਇੱਕ ਨੋਬਲ ਕਰੈਕਟਰ। ਜਿਸ ਤਰ੍ਹਾਂ ਪਿਤਾ ਦੀ ਫਾਊਂਡੇਸ਼ਨ ਜਾਂ ਹਸਬੈਂਡ ਦੀ ਫਾਊਂਡੇਸ਼ਨ, ਬ੍ਰਦਰ ਦੀ ਫਾਊਂਡੇਸ਼ਨ ਐਜ਼ ਅ ਸਪਿਰਿਚੁਅਲ ਲੀਡਰ ਸੀ, ਪਰਮੇਸ਼ਰ ਦੇ ਵਚਨ ਚ ਉਹਨੂੰ ਐਜ਼ ਅ ਸਪਿਰਿਚੁਅਲ ਲੀਡਰ ਦੀ ਫਾਊਂਡੇਸ਼ਨ ਦਿੱਤੀ ਗਈ ਆ ਕਿ ਤੁਸੀਂ ਸਪਿਰਿਚੁਅਲ ਲੀਡਰ ਬਣਨਾ ਆ। ਮਾਂ ਨੂੰ, ਵਾਈਫ ਨੂੰ ਤੇ ਭੈਣ ਨੂੰ ਜਿਹੜੀ ਫਾਊਂਡੇਸ਼ਨ ਦਿੱਤੀ ਗਈ ਆ ਪਰਮੇਸ਼ਰ ਦੇ ਵਚਨ ਦੇ ਵਿੱਚ, ਉਹ ਇੱਕ ਨੋਬਲ ਕਰੈਕਟਰ ਦੀ ਦਿੱਤੀ ਗਈ ਆ। ਇੱਕ ਐਸਾ ਰਵੱਈਆ ਜਿਹੜਾ ਬੜਾ ਨੋਬਲ ਹੋਵੇ, ਇੱਕ ਐਸਾ ਰਵੱਈਆ ਜਿਹੜਾ ਬੜਾ ਪਿਆਰ ਦੇ ਨਾਲ, ਬੜੀ ਖੁਸ਼ੀ ਦੇ ਨਾਲ, ਬੜੀ ਸ਼ਾਂਤੀ ਦੀ ਵਾਲਾ ਹੋਵੇ। ਆਮੀਨ। ਪਰਮੇਸ਼ਰ ਵਚਨ ਕਹਿੰਦਾ ਐਸੀ ਔਰਤ ਆਪਣੇ ਘਰ ਨੂੰ ਬਣਾਈ ਰੱਖੇਗੀ, ਉਹ ਘਰ ਤਰੱਕੀ ਕਰੇਗਾ। ਪੜਾਂਗੇ ਪਰਮੇਸ਼ਰ ਵਚਨ ਵਿੱਚ ਐਫਸੀਆਂ ਦਾ ਹੀ ਪ੍ਰਭੂ ਦੇ ਬਣਾਉ ਚੈਪਟਰ 5 ਜਾਵਾਂਗੇ ਆਪਾਂ ਤੇ ਵਰਸ 22 to 24 ਪੜਾਂਗੇ ਪੰਜਾਬੀ ਦੇ ਵਿੱਚ ਜੀ। ਐਫੀਸ਼ੀਅਨ ਚੈਪਟਰ 5 ਵਰਸ 22 to 24। ਹਾਂਜੀ। ਪਤਨੀਓ ਆਪਣੇ ਆਪ ਨੂੰ ਆਪਣੇ ਪਤੀਆਂ ਨੂੰ ਸੌਂਪ ਦੇਵੋ ਜਿਸ ਤਰ੍ਹਾਂ ਕਿ ਪ੍ਰਭੂ ਨੂੰ, ਕਿਉਂਕਿ ਪਤੀ ਪਤਨੀ ਦਾ ਸਿਰ ਹੈ, ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦਾ ਸਿਰ ਅਤੇ ਮੁਕਤੀਦਾਤਾ ਹੈ ਜੋ ਉਸ ਦਾ ਸਰੀਰ ਹੈ। ਇਸ ਲਈ ਪਤਨੀਆਂ ਆਪਣੇ ਪਤੀਆਂ ਦੇ ਉਸੇ ਤਰ੍ਹਾਂ ਅਧੀਨ ਰਹਿਣ ਜਿਸ ਤਰ੍ਹਾਂ ਵਿਸ਼ਵਾਸ ਸੰਗਤ ਮਸੀਹ ਦੇ ਹੈ। ਇਹ ਅਧੀਨ ਰਹਿਣਾ ਨਾ ਸੌਖੀ ਗੱਲ ਨਹੀਂ। ਅਧੀਨ ਉਹੀ ਔਰਤ ਰਹਿ ਸਕਦੀ ਹੈ ਜਿਹੜੀ ਆਪਣੇ ਕਰੈਕਟਰ ਦੀ ਬੜੀ ਨੋਬਲ ਆ, ਜਿਹੜੀ ਬੜੀ ਪਿਆਰ ਦੇ ਨਾਲ ਭਰੀ ਹੋਈ ਆ, ਜਿਹੜੀ ਬੜੀ ਸ਼ਾਂਤੀ ਨਾਲ ਭਰੀ ਹੋਈ ਆ। ਉਹ ਕਹੇਗੀ ਠੀਕ ਹੈ ਜੀ ਇੰਝ ਕਰ ਲੈਂਦੇ ਆ, ਓਕੇ ਜੀ ਇੰਝ ਕਰ ਲੈਂਦੇ ਆ। ਜਿਹੜੀ ਪਿਆਰ ਨਾਲ ਭਰੀ ਹੋਈ ਆ ਉਹਦੇ ਵਿੱਚ ਰਿਸਪੈਕਟ ਹਮੇਸ਼ਾ ਛਾਈ ਰਹੇਗੀ। ਸੋ ਆਪਾਂ ਪ੍ਰੋਵਰਬ ਚੈਪਟਰ 31 ਦਾ ਪਾਸਾਰੇ ਪੜ੍ਹੇ ਆ, ਉਹਦੇ ਵਿੱਚ ਉਸ ਔਰਤ ਦੇ ਬਾਰੇ ਦੱਸਿਆ ਗਿਆ ਆ ਜਿਹੜੀ ਹੀਰਿਆ ਸੋਨੇ ਚਾਂਦੀ ਤੋਂ ਵੀ ਬਹੁਮੁੱਲੇ ਆ। ਇੱਕ ਐਸੀ ਔਰਤ ਜਿਹੜਾ ਇੱਕ ਰਵੱਈਆ ਜਿਹੜਾ ਉਹਦਾ ਕਰੈਕਟਰ ਜਿਹੜਾ ਹੈ ਬੜਾ ਜ਼ਬਰਦਸਤ ਆ। ਉਹ ਆਪਣੇ ਘਰ ਨੂੰ ਇਕੱਠਿਆ ਕਰਕੇ ਰੱਖਦੀ ਆ, ਉਹ ਆਪਣੇ ਹਸਬੈਂਡ ਦੇ ਦਿਲ ਨੂੰ ਵੀ ਆਪਣੇ ਦਿਲ ਨਾਲ ਜੋੜੀ ਰੱਖਦੀ ਆ, ਆਪਣੇ ਬੱਚਿਆਂ ਦੇ ਦਿਲ ਨੂੰ ਵੀ ਆਪਣੇ ਦਿਲ ਨਾਲ ਜੋੜੀ ਰੱਖਦੀ ਆ। ਉਹ ਸਾਰੇ ਘਰ ਦੀ ਤਰੱਕੀ ਹੁੰਦੀ ਆ ਤੇ ਇੱਥੋਂ ਤੱਕ ਕਰਕੇ ਲਿਖਿਆ ਆ ਕਿ ਸਾਰਾ ਸ਼ਹਿਰ ਆ ਜਿਹੜਾ, ਸਾਰਾ ਪਿੰਡ ਆ ਜਿਹੜਾ ਉਹਦੇ ਗੁਣ ਗਾਉਂਦਾ ਆ। ਕਹਿੰਦੇ ਵਾਓ ਉਹ ਐਸੀ ਔਰਤ ਬਹੁਤ ਬੜੀ ਬਰਕਤ ਵਾਲੀ ਔਰਤ ਜਿਹੜੀ ਹੈਗੀ ਆ ਇਸ ਘਰ ਨੂੰ ਮਿਲੀ ਹੈਗੀ ਆ। ਉਹ ਸਾਰੇ ਧੰਨਵਾਦ ਕਰਦੇ ਹੈਗੇ ਨੇ। ਲੇਕਿਨ ਆਪਾਂ ਪਹਿਲਾ ਪਤਰਸ ਦੇਖ ਖੋਲਾਂਗੇ
ਪਹਿਲਾ ਪੱਤਰ ਚੈਪਟਰ 30 ਲਿਖਾਂਗੇ ਤੇ ਉਹਦੇ ਪਹਿਲੇ 4 ਵਰਸ ਪੜਾਂਗੇ, ਜਿਹਦੇ ਵਿੱਚ ਇੱਕ ਔਰਤ ਦੀ ਖੂਬਸੂਰਤੀ ਦੇ ਬਾਰੇ, ਯਾਨੀ ਕਿ ਇਨਰ ਬਿਊਟੀ ਦੇ ਬਾਰੇ, ਜਿਹੜੀ ਉਹਦੇ ਅੰਦਰ ਉਹਦੇ ਦਿਲ ਦੀ ਖੂਬਸੂਰਤੀ ਆ ਉਹਦੇ ਬਾਰੇ ਦੱਸਿਆ ਗਿਆ ਹੈ। ਕੋਈ ਮਾੜੀ ਗੱਲ ਨਹੀਂ ਗੀ ਜੇ ਉੱਪਰਲੀ ਖੂਬਸੂਰਤੀ ਵੀ ਤੁਸੀਂ ਪ੍ਰਾਪਤ ਕੀਤੀ ਆ, ਜਾਂ ਤੁਸੀਂ ਉੱਪਰਲੀ ਖੂਬਸੂਰਤੀ ਸ਼ੀਸ਼ੇ ਮੂਹਰੇ ਖੜ ਕੇ ਪ੍ਰਾਪਤ ਕਰ ਲੈਂਦੇ ਹੋ, ਕੋਈ ਮਾੜੀ ਗੱਲ ਨਹੀਂ ਗੀ। ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਆ, ਧੰਨ ਹੈ ਉਹ ਔਰਤ ਜਿਹਦੇ ਵਿੱਚ ਇਨਰ ਬਿਊਟੀ ਆ, ਅੰਦਰਲੀ ਦਿਲ ਦੀ ਖੂਬਸੂਰਤੀ ਹੈ। ਆਓ ਪੜਾਂਗੇ ਪ੍ਰਭੂ ਦਾ ਵਚਨ ਕੀ ਆਖਦਾ ਹੈ। ਪਹਿਲਾ ਪੱਤਰ ਚੈਪਟਰ 30 ਵਰਸ 1 to 4। ਜੀ ਹਾਂ, ਪੰਜਾਬੀ ਚ। ਇਸੇ ਤਰ੍ਹਾਂ ਤੁਸੀਂ ਵੀ ਪਤਨੀਓ ਆਪਣੇ ਪਤੀਆਂ ਦੇ ਅਧੀਨ ਰਹੋ। ਇਸ ਤਰ੍ਹਾਂ ਉਹਨਾਂ ਵਿੱਚੋਂ ਜੋ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਨਹੀਂ ਕਰਦਾ ਹੈ, ਉਹ ਤੁਹਾਡੇ ਬਿਨਾਂ ਕੁਝ ਬੋਲੇ ਕੇਵਲ ਤੁਹਾਡੇ ਭਲੇ ਆਚਰਣ ਨੂੰ ਦੇਖ ਕੇ ਹੀ ਜਿੱਤਿਆ ਜਾਵੇਗਾ। ਉਹ ਦੇਖਣਗੇ ਕਿ ਤੁਸੀਂ ਕਿਸ ਤਰ੍ਹਾਂ ਡਰ ਅਤੇ ਆਦਰ ਵਾਲਾ ਜੀਵਨ ਗੁਜ਼ਾਰ ਰਹੀਆਂ ਹੋ। ਤੁਹਾਡੀ ਸੁੰਦਰਤਾ ਬਾਹਰੀ ਚੀਜ਼ਾਂ ਅਰਥਾਤ ਵਾਲਾਂ ਦੇ ਫੈਸ਼ਨ, ਗਹਿਣਿਆਂ ਤੇ ਚਮਕੀਲੇ ਕੱਪੜਿਆਂ ਤੇ ਨਿਰਭਰ ਨਹੀਂ ਹੋਣੀ ਚਾਹੀਦੀ, ਸਗੋਂ ਤੁਹਾਡੀ ਸੁੰਦਰਤਾ ਤੁਹਾਡੇ ਅੰਦਰਲੇ ਗੁਣਾਂ ਅਰਥਾਤ ਦੀਨਤਾ ਅਤੇ ਸ਼ਾਂਤ ਸੁਭਾਅ ਤੇ ਨਿਰਭਰ ਹੋਣੀ ਚਾਹੀਦੀ ਹੈ। ਇਸ ਸੁੰਦਰਤਾ ਨੂੰ ਕਿਸੇ ਤਰ੍ਹਾਂ ਵੀ ਵਿਗਾੜਿਆ ਨਹੀਂ ਜਾ ਸਕਦਾ ਅਤੇ ਇਹ ਪਰਮੇਸ਼ਰ ਦੇ ਸਾਹਮਣੇ ਵੀ ਬਹੁਮੁੱਲੀ ਹੈ। ਦੀਨਤਾ ਤੇ ਸ਼ਾਂਤ ਸੁਭਾਅ। ਮੈਂ ਧੰਨਵਾਦ ਕਰਦਾ ਹਾਂ ਕਿ ਆਪਣੇ ਚਰਚ ਵਿੱਚ ਜਿੰਨੀਆਂ ਭੈਣਾਂ ਨੇ ਸਾਰਿਆਂ ਦੇ ਵਿੱਚ ਸ਼ਾਂਤ ਸੁਭਾਅ ਆ, ਬਾਈ ਫੇਥ। ਪ੍ਰੋਵਰਬਸ ਚੈਪਟਰ 21 ਵਿੱਚ ਜਾਵਾਂਗੇ ਤੇ ਉਹਦਾ 9ਵਾਂ ਤੇ 19ਵਾਂ ਵਰਸ ਆਪਾਂ ਪੜਾਂਗੇ। ਪ੍ਰਭੂ ਦਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਬਈ ਐਸੀ ਔਰਤ ਜਿਹਦੇ ਵਿੱਚ ਸ਼ਾਂਤੀ ਨਹੀਂ, ਐਸੀ ਔਰਤ ਜਿਹਦੇ ਦਿਲ ਵਿੱਚ ਸ਼ਾਂਤੀ ਨਹੀਂ ਗੀ, ਦੀਨਤਾ ਨਹੀਂ ਗਾ ਜਿਸ ਦੇ ਦਿਲ ਦੇ ਵਿੱਚ, ਐਸੀ ਔਰਤ ਜਿਹਦੀ ਜ਼ੁਬਾਨ ਜਿਹੜੀ ਹੈਗੀ ਆ ਉਹ ਲੂਜ਼ ਆ, ਜਾਣੀ ਕਿ ਬੋਲਦੀ ਨਹੀਂ, ਉਹ ਦੇਖਦੀ ਕੀ ਬੋਲ ਰਹੀ ਆ, ਕਿਹਦੇ ਸਾਹਮਣੇ ਬੋਲ ਰਹੀ ਆ, ਕਦੋਂ ਬੋਲ ਰਹੀ ਆ, ਉਹਨੂੰ ਪਤਾ ਨਹੀਂ ਵੀ ਜ਼ੁਬਾਨ ਬੰਦ ਕਿੱਦਾਂ ਕਰਨੀ ਆ, ਮੂੰਹ ਬੰਦ ਕਿੱਦਾਂ ਕਰਨਾ ਆ। ਮਾਸਕ ਵੀ ਗੌਰਮੈਂਟ ਨੇ ਕੱਢਦੇ ਨੇ, ਲੇਕਿਨ ਉਹਦੇ ਸਾਹਮਣੇ ਮਾਸਕ ਵੀ ਫੇਲ ਹੋ ਗਏ ਨੇ, ਉਹ ਫਿਰ ਵੀ ਆਪਣਾ ਮੂੰਹ ਬੰਦ ਨਹੀਂ ਕਰਦੀ। ਮਾਸਕ ਵੀ ਹਾਰ ਗਏ ਨੇ, ਗੌਰਮੈਂਟ ਕਹਿੰਦੀ ਆ ਹੁਣ ਲਾ ਦਿਓ ਮਾਸਕ, ਮਾਸਕਾਂ ਦਾ ਕੋਈ ਫਾਇਦਾ ਹੀ ਨਹੀਂ ਹੋ ਰਿਹਾ। ਪਰਮੇਸ਼ਰ ਦਾ ਵਚਨ ਕਹਿੰਦਾ ਵੀ ਐਸੀ ਔਰਤ ਦੇ ਸਾਹਮਣੇ ਕੰਮ ਬੜਾ ਹੀ ਮੁਸ਼ਕਿਲ ਆ, ਖਤਰਨਾਕ ਕਿਹਾ ਗਿਆ ਹੈ ਉਸ ਨੂੰ। ਆਓ ਪੜਾਂਗੇ ਵਚਨ ਕੀ ਕਹਿੰਦਾ। ਪ੍ਰੋਵਰਬ ਚੈਪਟਰ 21 ਵਰਸ 9 and 19। ਜੀ ਘਰ ਦੀ ਛੱਤ ਉੱਤੇ ਰਹਿਣਾ ਝਗੜਾਲੂ ਪਤਨੀ ਦੇ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਚੰਗਾ ਹੈ। ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਛੱਤ ਦੇ ਉੱਤੇ ਮੰਜਾ ਡਾਲੋ। ਇੰਡੀਆ ਤਾਂ ਚੱਲ ਜਾਂਦਾ ਸੀਗਾ ਇਹ, ਤਾਂ ਹੀ ਤਾਂ ਛੱਤਾਂ ਤੇ ਮੁੰਡੇ ਜਿਹੜਾ ਸੀਗੇ, ਹਸਬੈਂਡ ਜਿਹੜੇ ਸੀਗੇ, ਉਹ ਵਿਚਾਰੇ ਛੱਤਾਂ ਤੇ ਮੰਜਾ ਡਾਹ ਲੈਂਦੇ ਸੀਗੇ। ਇੱਥੇ ਕੀ ਕਰੀਏ ਕੈਨੇਡਾ 'ਚ? ਇੱਥੇ ਤਾਂ ਛੱਤਾਂ ਹੀ ਐਂ ਬਣਾਈਆਂ ਹੋਈਆਂ, ਉੱਪਰ ਬੰਦਾ ਹੀ ਨਹੀਂ ਡਾਹ ਸਕਦੇ ਹੈ। ਇੱਥੇ ਬਰਫ਼ ਪੈਂਦੀ ਹੈ, ਬੰਦਾ ਜਾਊ ਤਾਂ ਕਿੱਥੇ ਜਾਊ? ਉੱਪਰ ਕੁਆਰੰਟੀਨ ਕਰਤਾ ਗੌਰਮੈਂਟ ਨੇ ਹੈ, ਵਿਚਾਰੇ ਫਸ ਗਏ ਅੰਦਰ, ਨਾ ਬਾਹਰ ਜਾਣ ਜੋਗੇ ਨਾ ਉੱਪਰ ਸੌਣ ਜੋਗੇ ਹੈ। ਬੜਾ ਜ਼ਬਰਦਸਤ ਕੰਮ ਖਰਾਬ ਹੈ। ਤਾਂ ਦੇਖੋ ਬਚਨ ਕੀ ਕਹਿੰਦਾ, ਦੁਬਾਰਾ ਕਰ ਫਿਰ ਪੜਾਂਗੇ 9 ਵਰਸ। ਘਰ ਦੀ ਛੱਤ ਉੱਤੇ ਰਹਿਣਾ ਝਗੜਾਲੂ ਪਤਨੀ ਦੇ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਚੰਗਾ ਹੈ। ਚੰਗਾ ਹੈ, ਜਾਨੀ ਕਿ ਝਗੜੇ ਦੇ ਵਿੱਚ ਰਹਿਣਾ ਚੰਗਾ ਨਹੀਂ ਗਾ। 19ਵਾਂ ਵਰਸ ਦੇਖੋ ਪ੍ਰਭੂ ਦੇ ਬਾਰੇ, 19ਵੇਂ ਵਰਸ ਦੇ ਵਿੱਚ ਕਲੀਅਰਲੀ ਦੱਸਿਆ ਗਿਆ ਹੈ ਹੋਰ ਇਹਦੇ ਬਾਰੇ। ਜੀ ਇਕਾਂਤ ਵਿੱਚ ਰਹਿਣਾ ਕਿਤੇ ਚੰਗਾ ਹੈ ਬਜਾਏ ਝਗੜਾਲੂ ਤੇ ਮੂਰਖ ਪਤਨੀ ਨਾਲ ਰਹਿਣ ਨਾਲੋਂ। ਝਗੜਾਲੂ ਤੇ ਮੂਰਖ ਇਹ ਦੋਨੋਂ ਚੀਜ਼ਾਂ ਇਕੱਠੀਆਂ ਨੇ। ਮੂਰਖ ਉਹੀ ਹੈ ਜੋ ਝਗੜਾਲੂ ਹੈ, ਝਗੜਾਲੂ ਉਹੀ ਹੈ ਜੋ ਮੂਰਖ ਹੈ। ਜਾਨੀ ਕਿ ਉਹ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਸਕਦੇ, ਲਗਾਮ ਹੈ ਨਹੀਂ ਗੀ। ਆਮੀਨ। ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਆ ਇਹ ਦੂਸਰੀ ਫਾਊਂਡੇਸ਼ਨ ਆ। ਉਹ ਔਰਤ, ਉਹ ਮਾਂ, ਉਹ ਪਤਨੀ, ਉਹ ਭੈਣ ਜਿਹੜੀ ਆਪਣੇ ਸੁਭਾਅ ਨੂੰ ਪਿਆਰ ਦੇ ਨਾਲ ਮੋਲਡ ਕਰਦੀ ਆ, ਪਿਆਰ ਦੇ ਵਿੱਚ ਬਣੀ ਰਹਿੰਦੀ ਆ, ਸ਼ਾਂਤੀ 'ਚ ਬਣੀ ਰਹਿੰਦੀ ਆ, ਖੁਸ਼ੀ 'ਚ ਬਣੀ ਰਹਿੰਦੀ ਆ। ਡਜ਼ਨਟ ਮੈਟਰ ਕੀ ਹੋ ਰਿਹਾ, ਲੇਕਿਨ ਉਹ ਆਪਣੀ ਸ਼ਾਂਤੀ ਟੁੱਟਣ ਨਹੀਂ ਦਿੰਦੀ। ਡਜ਼ਨਟ ਮੈਟਰ ਕੀ ਹੋ ਰਿਹਾ, ਉਹ ਆਪਣੀ ਖੁਸ਼ੀ ਟੁੱਟਣ ਨਹੀਂ ਦਿੰਦੀ, ਕਿਉਂਕਿ ਉਹਨੂੰ ਪਤਾ ਹੈ ਕਿ ਉਹਦੇ ਪਰਿਵਾਰ ਦੇ ਵਾਸਤੇ ਸ਼ਾਂਤੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਪਿਆਰ ਤੇ ਖੁਸ਼ੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਿਹਦੇ ਨਾਲ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਖਿੰਡ ਉੱਠਦੇ ਨੇ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਤੋਂ ਜਿਹੜੇ ਫੁੱਲ ਨੇ ਉਹ ਖਿੰਡਦੇ ਨੇ। ਸੋ ਇਹ ਦੂਸਰੀ ਫਾਊਂਡੇਸ਼ਨ ਪ੍ਰਾਪਤ ਕਰਨਾ ਆਪਾਂ ਨੇ ਦੇਖੀ ਹੈਗੀ ਆ। ਔਰ ਆਪਾਂ ਤੀਸਰੀ ਫਾਊਂਡੇਸ਼ਨ ਦੇਖਾਂਗੇ। ਤੀਸਰੀ ਫਾਊਂਡੇਸ਼ਨ ਬਲੈਸਡ ਚਿਲਡਰਨ ਦੇ ਬਾਰੇ ਹੋਵੇਗੀ।
ਫਾਊਂਡੇਸ਼ਨ ਆਫ ਅ ਬਲੈਸਡ ਚਿਲਡਰਨ, ਯਾਨੀ ਕਿ ਬਰਕਤ ਵਾਲੇ ਬੱਚੇ। ਪ੍ਰਭੂ ਦਾ ਵਚਨ ਆਪਾਂ ਨੂੰ ਕਲੀਅਰਲੀ ਦੱਸਦਾ ਆ। ਪੜਾਂਗੇ ਜ਼ਬੂਰ 127 ਉਹਦਾ 5ਵਾਂ ਵਰਸ ਪੜਾਂਗੇ ਆਪਾਂ ਪੰਜਾਬੀ ਦੇ ਵਿੱਚ। ਜੀ ਹਾਂ, ਜ਼ਬੂਰ 127 5ਵਾਂ ਵਰਸ। ਲੇਕਿਨ ਪ੍ਰਭੂ ਦੇ ਮੈਨੂੰ ਉਹ ਪੜ੍ਹਨ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਤੁਹਾਨੂੰ 4 ਦਿਨ ਇੱਕ ਔਰਤ ਇੱਕ ਲੇਡੀ ਚਰਚ ਵਿੱਚ ਆਉਂਦੀ ਆ, ਲੇਟ ਆਉਂਦੀ ਆ, ਭੱਜੀ ਆਉਂਦੀ ਆ, ਤੇ ਆ ਕੇ ਕੋਈ ਸਿਚੁਏਸ਼ਨ ਹੋਈ ਸੀਗੀ ਉਹਦੀ, ਤੇ ਉਹ ਆ ਕੇ ਇੱਕ ਸੈਕਟਰੀ ਨੂੰ ਕਹਿੰਦੀ ਆ ਕਿ ਪਲੀਜ਼ ਪ੍ਰੇਅਰ ਰਿਕੁਐਸਟ ਕਰ ਦੇ, ਪਾਸਟਰ ਨੂੰ ਲਿਖ ਕੇ ਦੇ ਦੇ ਮੇਰੀ ਪ੍ਰੇਅਰ ਰਿਕੁਐਸਟ ਪਲੀਜ਼, ਕਿਉਂਕਿ ਇੰਗਲਿਸ਼ ਵਿੱਚ ਉਹ ਸੈਕਟਰੀ ਜਿਹੜੀ ਆ ਲਿਖ ਦਿੰਦੀ ਹੈਗੀ ਆ, ਤੇ ਲਿਖਦੀ ਹੈਗੀ ਆ ਪ੍ਰੇਅਰ ਰਿਕੁਐਸਟ। ਹਸਬੈਂਡ ਗੋਨ ਟੂ, ਜਿਹੜਾ ਹਸਬੈਂਡ ਸੀਗਾ ਉਹ ਪਾਣੀ ਦੀ ਜਹਾਜ਼ਾਂ ਦਾ ਮੱਛੀਆਂ ਫੜਨ ਦਾ ਕੰਮ ਕਰਦਾ ਸੀ, ਉਹ ਕੰਮ ਤੇ ਚਲੇ ਗਿਆ ਸੀ ਤਾਂ ਲੇਟ ਹੋ ਗਈ, ਤੇ ਉਹਨੇ ਲਿਖਿਆ, ਕਹਿੰਦੀ ਸੈਕਟਰੀ ਨੇ ਲਿਖਿਆ ਹਸਬੈਂਡ ਗੋਨ ਟੂ ਸੀ, ਵਾਈਫ ਰਿਕੁਐਸਟਸ ਪ੍ਰੇਅਰ ਫॉर ਪ੍ਰੋਟੈਕਸ਼ਨ। ਕਿਉਂਕਿ ਸਮੁੰਦਰੀ ਜਹਾਜ਼ਾਂ ਦੇ ਵਿੱਚ ਉੱਥੇ ਇੱਕ ਅਕਸਰ ਤੂਫਾਨ ਵਗੈਰਾ ਪਾਣੀ ਆ ਜਾਂਦਾ ਨਾ, ਤੇ ਉਹ ਜਿਹੜਾ ਹਸਬੈਂਡ ਸੀਗਾ ਉਹ ਸਮੁੰਦਰ ਨੂੰ ਚਲਾ ਗਿਆ ਸੀਗਾ, ਤੇ ਵਾਈਫ ਜਿਹੜੀ ਆ ਪ੍ਰੋਟੈਕਸ਼ਨ ਮੰਗਦੀ ਹੈ। ਸੋ ਸੈਕਟਰੀ ਨੇ ਲਿਖਤਾ ਸੀਗਾ ਹਸਬੈਂਡ ਗੋਨ ਟੂ ਸੀ, ਵਾਈਫ ਰਿਕੁਐਸਟ ਪ੍ਰੇਅਰ ਫॉर ਪ੍ਰੋਟੈਕਸ਼ਨ। ਸੋ ਪਾਸਟਰ ਜਿਹੜਾ ਸੀਗਾ ਵਿਚਾਰਾ ਚੜ੍ਹਦੇ ਨੇ, ਉਹ ਪ੍ਰੀਚਿੰਗ ਤੋਂ ਬਾਅਦ ਸ਼ਾਇਦ ਉਹਨੇ ਪੇਪਰ ਚੱਕਿਆ ਹੋਇਆ, ਤੇ ਕਹਿੰਦਾ ਵੀ ਇੱਕ ਫਲਾਨੀ ਭੈਣ ਦੀ ਇੱਕ ਪ੍ਰੇਅਰ ਰਿਕੁਐਸਟ ਆਈ ਆ, ਉਹਨੇ ਲਿਖਿਆ ਵੀ ਹਸਬੈਂਡ ਗੋਨ ਟੂ ਸੀ ਵਾਈਫ ਰਿਕੁਐਸਟ ਪ੍ਰੇਅਰ ਫॉर ਪ੍ਰੋਟੈਕਸ਼ਨ। ਯਾਨੀ ਕਿ ਉਹ ਜਿਹੜਾ ਸੀ ਸਮੁੰਦਰੀ ਵਾਲਾ ਸੀ, ਉਹਦੀ ਜਗ੍ਹਾ ਤੇ ਦੇਖਣ ਵਾਲਾ ਸੀ ਲਾ ਦਿੱਤਾ ਉਹਨੇ ਪਾਸਟਰ ਨੇ, ਉਹਦੇ ਨਾਲ ਹੀ ਸਾਰੀ ਪ੍ਰੇਅਰ ਬਦਲ ਗਈ ਵੀ ਹਸਬੈਂਡ ਜਿਹੜਾ ਹੈ ਵਾਈਫ ਨੂੰ ਦੇਖਣ ਗਿਆ ਆ, ਤੇ ਵਾਈਫ ਦੇ ਵਾਸਤੇ ਪ੍ਰੋਟੈਕਸ਼ਨ ਚਾਹੀਦੀ ਹੈ। ਲੇਕਿਨ ਵਾਈਫ ਨੇ ਕੀ ਲਿਖਿਆ ਸੀਗਾ ਪਹਿਲਾਂ, ਬਈ ਜਿਹੜਾ ਹਸਬੈਂਡ ਸੀਗਾ ਉਹ ਸਮੁੰਦਰ ਨੂੰ ਗਿਆ ਕੰਮ ਉੱਤੇ, ਤੇ ਉਹਦੇ ਲਈ ਪ੍ਰੋਟੈਕਸ਼ਨ ਮੰਗਦੇ ਆ। ਲੇਕਿਨ ਦੇਖੋ ਤੁਸੀਂ ਕਿਸ ਤਰ੍ਹਾਂ ਇੱਕ ਕੌਮੇ ਦੇ ਨਾਲ ਹੀ ਸਿਚੁਏਸ਼ਨ ਜਿਹੜੀ ਆ ਉਹ ਬਦਲ ਜਾਂਦੀ ਹੈਗੀ ਹੈ। ਸੋ ਪ੍ਰਭੂ ਦੇ ਭੈਣੋ, ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜੀਆਂ ਆਪਣੀਆਂ ਵਾਈਫਸ ਹੈਗੀਆਂ ਨੇ ਉਹ ਇੱਕ ਨੋਬਲ ਕਰੈਕਟਰ ਰੱਖ ਸਕਣ, ਪ੍ਰੇਰਾ ਕਰ ਸਕਣ ਆਪਣੇ ਹਸਬੈਂਡ ਵਾਸਤੇ, ਉਹਦੀ ਪ੍ਰੋਟੈਕਸ਼ਨ ਦੇ ਵਾਸਤੇ। ਆਓ ਦੇਖਾਂਗੇ ਹੁਣ ਤੀਸਰਾ ਪੁਆਇੰਟ ਤੇ ਜਾਵਾਂਗੇ ਆਪਾਂ, ਫਾਊਂਡੇਸ਼ਨ ਬੱਚਿਆਂ ਦੀ, ਬਲੈਸਡ ਬੱਚੇ ਹੋਣ ਦੀ ਫਾਊਂਡੇਸ਼ਨ ਦੇਖਾਂਗੇ। ਸਾਮ ਚੈਪਟਰ 127 ਵਰਸ 5 ਪੜਾਂਗੇ ਪੰਜਾਬੀ ਚ। ਹਾਂਜੀ, ਧੰਨ ਉਹ ਮਨੁੱਖ ਹੈ ਜਿਸ ਦਾ ਤਰਕ ਸੋਨਾ ਨਾਲ ਭਰਿਆ ਹੋਇਆ ਹੈ, ਉਸ ਨੂੰ ਆਪਣੇ ਵੈਰੀਆਂ ਨੂੰ ਮਿਲਣ ਸਮੇਂ ਸ਼ਰਮਿੰਦਿਆ ਨਹੀਂ ਹੋਣਾ ਪਵੇਗਾ। ਪ੍ਰਭੂ ਦੇ ਬਣੋ, ਜਦੋਂ ਤੁਹਾਡੇ ਬੱਚੇ ਰੂਹਾਨੀ ਤੌਰ ਤੇ ਲਓ ਤੁਸੀਂ ਇਹਨੂੰ, ਜਦੋਂ ਤੁਹਾਡੇ ਬੱਚੇ ਰੱਬ ਦੀ ਰੂਹ ਦੇ ਨਾਲ, ਰੱਬ ਦੇ ਵਚਨਾਂ ਦੇ ਨਾਲ, ਪਵਿੱਤਰ ਆਤਮਾ ਦੇ ਨਾਲ, ਰੱਬ ਦੇ ਗਿਆਨ ਦੇ ਨਾਲ ਭਰੇ ਰਹਿਣਗੇ, ਦੁਸ਼ਮਣ ਯਾਨੀ ਕਿ ਡੀਮਨਸ, ਡਿਮੋਨਿਕ ਸਪਿਰਿਟਸ ਤੁਹਾਡੇ ਪਰਿਵਾਰ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ, ਤੁਹਾਡੇ ਬੱਚਿਆਂ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ। ਡਿਮੋਨਿਕ ਕੋਈ ਵੀ ਵਾਰ ਤੁਹਾਡੇ ਬੱਚਿਆਂ ਦੇ ਕਾਮਯਾਬ ਨਹੀਂ ਹੋਏਗਾ। ਕਿਉਂ? ਕਿਉਂਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਬਲੈਸਡ ਨੇ, ਉਹ ਪਰਮੇਸ਼ਰ ਦੇ ਵਚਨਾਂ ਨਾਲ, ਪਰਮੇਸ਼ਰ ਦੇ ਸ਼ਬਦਾਂ ਨਾਲ, ਪਰਮੇਸ਼ਰ ਦੀ ਰੂਹ ਨਾਲ ਭਰੇ ਹੋਏ ਨੇ। ਆਮੇਨ। ਤੇ ਕਿਉਂ ਭਰੇ ਹੋਏ ਨੇ? ਕਿਉਂਕਿ ਮਾਂ-ਬਾਪ ਨੇ ਮਿਹਨਤ ਕੀਤੀ ਹੈ ਬੱਚਿਆਂ ਦੇ ਵਾਸਤੇ। ਮਾਂ-ਬਾਪ ਦੀ ਮਿਹਨਤ ਦੇ ਨਾਲ ਹੀ ਜੇ ਤੁਹਾਡੇ ਬੱਚੇ ਰੱਬ ਦੇ ਚਾਨਣ ਨਾਲ ਭਰੇ ਹੋਏ ਨੇ, ਪ੍ਰਭੂ ਦੇ ਬਾਰੇ ਤੁਹਾਨੂੰ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ। ਕਿਉਂ? ਕਿਉਂਕਿ ਜਿੱਥੇ ਵੀ ਇਹ ਹੋ ਜਾਣਗੇ, ਜਿੱਥੇ ਵੀ ਹੋ ਜਾਣਗੇ, ਕੋਈ ਵੀ ਸ਼ੈਤਾਨ, ਕੋਈ ਵੀ ਡੀਮਨ, ਕੋਈ ਵੀ ਬਦਰੂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੀ। ਕਿਉਂ? ਕਿਉਂਕਿ ਪਰਮੇਸ਼ਰ ਦਾ ਚਾਨਣ ਉਹਨਾਂ ਦੇ ਵਿੱਚ ਹੈ। ਆਮੇਨ। ਸੋ ਆਓ ਦੇਖਾਂਗੇ ਪ੍ਰੋਵਰਬਸ ਚੈਪਟਰ 22 ਵਰਸ 6 ਪੜਾਂਗੇ ਆਪਾਂ, ਪੰਜਾਬੀ ਦੇ ਵਿੱਚ ਦੇਖਾਂਗੇ। ਪ੍ਰੋਵਰਬਸ ਚੈਪਟਰ 22 ਵਰਸ 6 ਜਿਹਦੇ ਵਿੱਚ ਆਪਾਂ ਹੋਰ ਦੇਖਾਂਗੇ ਪ੍ਰਭੂ ਦਾ ਵਚਨ ਕੀ ਆਖਦਾ ਹੈ। ਜੀ ਹਾਂ, ਬੱਚੇ ਨੂੰ ਰਹਿਣਾ ਸਿਖਾਓ ਤਾਂ ਉਹ ਜੀਵਨ ਭਰ ਇਹ ਸਭ ਯਾਦ ਰੱਖੇਗਾ। ਪੰਜਾਬੀ ਦੇ ਵਿੱਚ ਜਿੱਦਾਂ ਲਿਖਿਆ, ਇੰਗਲਿਸ਼ ਨੂੰ ਵਿੱਚ ਲਿਖਿਆ ਆ ਕਿ ਬੱਚੇ ਨੂੰ ਛੋਟੀ ਉਮਰ ਤੋਂ ਹੀ ਪਰਮੇਸ਼ਰ ਦਾ ਵਚਨ ਸਿਖਾਵੋ, ਪਰਮੇਸ਼ਰ ਦੇ ਵਿੱਚ ਬੰਨਣਾ ਸਿਖਾਵੋ, ਤੇ ਉਹ ਸਾਰੀ ਉਮਰ ਪਰਮੇਸ਼ਰ ਤੋਂ ਦੂਰ ਨਹੀਂ ਹੋਏਗਾ, ਬਲਕਿ ਪਰਮੇਸ਼ਰ ਬਣਿਆ ਰਹੇਗਾ। ਉਹਦੀ ਅੰਤःਕਰਨ ਦੇ ਵਿੱਚ, ਉਹਦੀ ਕੌਂਸ਼ੀਅਸ ਦੇ ਵਿੱਚ, ਉਹਦੀ ਰੂਹ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਤੇ ਪਰਮੇਸ਼ਰ ਦਾ ਚਾਨਣ ਦੱਬ ਕੇ ਭਰਿਆ ਹੋਵੇਗਾ। ਜੇ ਕਿਸੇ ਪਾਸੇ ਉਹ ਡੋਲੇਗਾ ਵੀ ਜਾਂ ਠੋਕਰ ਵੀ ਲੱਗੇਗੀ ਜਾਂ ਕਿਸੇ ਪਾਪ 'ਚ ਵੀ ਡਿੱਗ ਪਏਗਾ, ਚੜ੍ਹਦਾ ਨਹੀਂ ਖੜਾ ਹੋ ਜਾਏਗਾ। ਕਿਉਂ? ਕਿਉਂਕਿ ਉਹਦੇ ਅੰਤःਕਰਨ ਦੇ ਵਿੱਚ, ਉਹਦੀ ਕੌਂਸ਼ੀਅਸ ਦੇ ਵਿੱਚ ਜਿਹੜਾ ਪਰਮੇਸ਼ਰ ਦਾ ਵਚਨ ਭਰਿਆ ਹੋਇਆ ਆ, ਉਹਦੀ ਆਵਾਜ਼ ਦੀਆਂ ਚੀਕਾਂ ਉਹਨੂੰ ਸੌਣ ਨਹੀਂ ਦੇਣਗੀਆਂ। ਆਮੇਨ। ਜੀ ਹਾਂ, ਸੋ ਇਹ ਤਾਂ ਸੀਗਾ ਪ੍ਰੋਵਰਬਸ ਚੈਪਟਰ 22 ਵਰਸ 6। ਹੁਣ ਆਪਾਂ ਦੇਖਾਂਗੇ ਆਇਜ਼ਾਇਆ
chapter 44 verse 3 and 3 to 4 ਦੇਖਾਂਗੇ, 3 and 4 ਦੇਖਾਂਗੇ ਆਇਜ਼ਾਇਆ ਦੇ ਵਿੱਚ। ਹਾਂਜੀ, ਆਪਾਂ ਦੇਖ ਰਹੇ ਹੈਗੇ ਹਾਂ ਤੀਸਰੀ ਫਾਊਂਡੇਸ਼ਨ ਜੋ ਬਲੈਸਡ ਚਿਲਡਰਨ ਦੀ ਫਾਊਂਡੇਸ਼ਨ ਹੈ। ਜੇ ਬੱਚੇ ਆਪਣੇ ਬਰਕਤ ਵਾਲੇ ਬੱਚੇ ਬਣ ਗਏ ਨਾ, ਸਾਰਾ ਪਰਿਵਾਰ ਜਿਹੜਾ ਆ ਉਹ ਬਰਕਤ ਪ੍ਰਾਪਤ ਕਰ ਦੇਗਾ। ਕਿੰਨਾ ਮੁਸ਼ਕਲ ਹੁੰਦਾ ਆ ਜਦੋਂ ਇੱਕ ਬੱਚਾ ਡਰਗ 'ਚ ਚਲਾ ਜਾਂਦਾ ਹੈ, ਕਿੰਨਾ ਮੁਸ਼ਕਲ ਹੁੰਦਾ ਆ ਜਦੋਂ ਇੱਕ ਬੱਚੀ ਪ੍ਰੋਸਟੀਟਿਊਸ਼ਨ ਚਲੀ ਜਾਂਦੀ ਹੈ, ਕਿੰਨਾ ਮੁਸ਼ਕਲ ਹੁੰਦਾ ਆ ਜਦੋਂ ਬੱਚੇ ਜਿਹੜੇ ਨੇ ਉਹ ਆਲਸੀ ਹੋ ਜਾਂਦੇ ਨੇ, ਬੱਚੇ ਜਿਹੜੇ ਨੇ ਉਹ ਦੁਨੀਆ ਦੀਆਂ ਚੀਜ਼ਾਂ 'ਚ ਪੈ ਜਾਂਦੇ ਨੇ, ਬੱਚੇ ਜਿਹੜੇ ਹੈਗੇ ਨੇ ਉਹ ਗੁੰਮਰਾਹ ਹੋ ਜਾਂਦੇ ਨੇ। ਕਿੰਨਾ ਮੁਸ਼ਕਲ ਹੁੰਦਾ ਆ, ਕਿੰਨਾ ਪੈਸਾ ਲੱਗਦਾ ਆ ਇਹਦੇ ਪਿੱਛੇ। ਸਾਰੇ ਪਰਿਵਾਰ ਦੀ ਸ਼ਾਂਤੀ ਖਤਮ ਹੋ ਜਾਂਦੀ ਹੈ, ਸਾਰੇ ਪਰਿਵਾਰ ਦੀ ਖੁਸ਼ੀ ਖਤਮ ਹੋ ਜਾਂਦੀ ਹੈ। ਆਮੀਨ। ਮਾਂ ਤੇ ਜੋ ਬੀਤਦੀ ਆ, ਜੋ ਪਿਤਾ ਤੇ ਬੀਤਦੀ ਆ, ਉਹਦਾ ਅੰਦਾਜ਼ਾ ਮੇਰਾ ਖਿਆਲ ਨਹੀਂਗਾ ਆਪਾਂ ਕੋਈ ਵੀ ਲਾ ਸਕਦੇ ਹੈਗੇ ਆ। ਦੁਆ ਕਰੀਏ ਕਿ ਆਪਣੇ ਬੱਚੇ ਜਿਹੜੇ ਨੇ ਉਹ ਬਲੈਸਡ ਚਿਲਡਰਨ ਹੋਣ। ਇਹ ਫਾਊਂਡੇਸ਼ਨ ਐਜ਼ ਅ ਬਲੈਸਡ ਚਿਲਡਰਨ ਹੋਣਾ ਤਾਂ ਬਣੀ ਰਹੇ, ਲੇਕਿਨ ਇਹਦੀ ਜ਼ਿੰਮੇਵਾਰੀ ਅੱਜ ਮਾਤਾ ਪਿਤਾ ਦੇ ਉੱਤੇ ਹੈ। ਜੇ ਆਪਾਂ ਪਰਮੇਸ਼ਰ ਦੀ ਫਾਊਂਡੇਸ਼ਨ ਦੇ ਮੁਤਾਬਿਕ, ਪਰਮੇਸ਼ਰ ਦੇ ਪ੍ਰਿੰਸੀਪਲਸ ਦੇ ਮੁਤਾਬਿਕ ਉਹਨਾਂ ਦੀ ਪਰਵਰਿਸ਼ ਕਰਾਂਗੇ ਤਾਂ ਆਪਣੇ ਬੱਚੇ ਵੀ ਬਲੈਸਡ ਹੋਣਗੇ। ਆਮੀਨ। ਆਓ ਪੜਾਂਗੇ ਆਇਜ਼ਾਇਆ ਚੈਪਟਰ 44 ਵਰਸ 3 and 4। ਜੀ ਮੈਂ ਤਿਹਾਈ ਧਰਤੀ ਨੂੰ ਸਿੰਜਾਂਗਾ ਅਤੇ ਸੁੱਕੀ ਧਰਤੀ ਉੱਤੇ ਦਰਿਆ ਵਗਾਵਾਂਗਾ। ਮੈਂ ਤੇਰੀ ਸੰਤਾਨ ਉੱਤੇ ਆਪਣਾ ਆਤਮਾ ਡੋਲਾਂਗਾ ਅਤੇ ਤੇਰੇ ਵੰਸ਼ ਨੂੰ ਅਸੀਸਤ ਕਰਾਂਗਾ। ਉਹ ਹਰੇ ਘਾਹ ਅਤੇ ਪਾਣੀ ਕੰਢੇ ਉੱਗੇ ਕਾਨਿਆਂ ਵਾਂਗ ਵਧਣਗੇ। ਮੈਂ ਤੇਰੇ ਬੱਚਿਆਂ ਦੇ ਉੱਤੇ ਆਪਣਾ ਪਵਿੱਤਰ ਆਤਮਾ ਡੋਲਾਂਗਾ ਤੇ ਤੇਰੇ ਵੰਸ਼ ਨੂੰ ਮੈਂ ਬਰਕਤਾਂ ਦੇਵਾਂਗਾ। ਆਮੀਨ। ਇਹਦੇ ਨਾਲ ਹੀ ਆਪਾਂ ਇੱਕ ਹੋਰ ਆਇਤ ਦੇਖਾਂਗੇ, ਆਇਜ਼ਾਇਆ 65 ਵਿੱਚ ਜਾਵਾਂਗੇ ਆਪਾਂ। 65 ਆਹ ਦੇਖੀਏ, ਉਹਦਾ 22ਵਾਂ ਤੇ 23ਵਾਂ ਵਰਸ ਜਿਹੜਾ ਹੈਗਾ ਆਪਾਂ ਦੇਖਾਂਗੇ। ਜੀ ਹਾਂ, ਆਇਜ਼ਾਇਆ 65 ਵਰਸ 22 ਤੇ 23। ਲੋਕ ਘਰ ਬਣਾ ਕੇ ਆਪ ਉਹਨਾਂ ਵਿੱਚ ਰਹਿਣਗੇ, ਕੋਈ ਪਰਾਇਆ ਉਹਨਾਂ ਵਿੱਚ ਨਹੀਂ ਰਹੇਗਾ। ਲੋਕ ਅੰਗੂਰੀ ਬਾਗ ਲਾ ਕੇ ਆਪ ਅੰਗੂਰੀ ਦਾਖਸਰ ਪੀਣਗੇ, ਕੋਈ ਪਰਾਇਆ ਉਹਨਾਂ ਦਾ ਦਾਖਸਰ ਨਹੀਂ ਪੀਵੇਗਾ। ਰੁੱਖਾਂ ਦੇ ਵਾਂਗ ਮੇਰੇ ਲੋਕ ਲੰਮੀ ਉਮਰ ਭੋਗਣਗੇ, ਉਹ ਆਪਣੇ ਹੱਥਾਂ ਦੀ ਮਿਹਨਤ ਦਾ ਪੂਰਾ ਲਾਭ ਲੈਣਗੇ। ਉਹਨਾਂ ਦਾ ਸ਼ੁਰੂ ਕੀਤਾ ਹਰ ਕੰਮ ਸਫਲ ਹੋਵੇਗਾ ਅਤੇ ਉਹਨਾਂ ਦੀ ਸੰਤਾਨ ਤਬਾਹੀ ਦਾ ਮੂੰਹ ਨਹੀਂ ਦੇਖੇਗੀ। ਉਹਨਾਂ ਦੀ ਸੰਤਾਨ ਤਬਾਹੀ ਦਾ ਮੂੰਹ ਨਹੀਂ ਦੇਖੇਗੀ। ਇਹ ਬਹੁਤ ਵੱਡੀ ਬਰਕਤ ਆ, ਇਹ ਬਹੁਤ ਵੱਡਾ ਵਾਅਦਾ ਆ, ਪ੍ਰੋਮਿਸ ਆ ਪਰਮੇਸ਼ਰ ਦੇ ਵਚਨ ਦੇ ਵਿੱਚ ਕੀਤਾ ਆ। ਕਿਹਨਾਂ ਦੇ ਲਈ? ਆਪਣੇ ਸਾਰਿਆਂ ਦੇ ਲਈ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਾ ਜਲਾਲ ਚਮਕਿਆ। ਆਮੀਨ। ਸੋ ਪ੍ਰਭੂ ਦੇ ਵੱਲੋਂ ਮੈਂ ਚਾਹਾਂਗਾ ਕਿ ਇਹ ਵਾਅਦਾ ਆਪਣੀ ਜ਼ਿੰਦਗੀ 'ਚ ਪੂਰਾ ਹੋਵੇ। ਆਓ ਸਾਰੇ ਦਿਲ ਦੇ ਨਾਲ, ਮਨ ਦੇ ਨਾਲ ਮਿਹਨਤ ਕਰਕੇ ਪ੍ਰਭੂ ਦੇ ਵਿੱਚ ਵੱਧ ਸਕੀਏ ਤਾਂ ਕਿ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਬਰਕਤਾਂ ਪ੍ਰਾਪਤ ਕਰ ਸਕਣ। ਆਮੀਨ। ਸੋ ਇਹ ਤਾਂ ਸੀ ਪ੍ਰਭੂ ਦੇ ਵੱਲੋਂ ਆਪਣੀ ਤੀਸਰੀ ਫਾਊਂਡੇਸ਼ਨ। ਚੌਥੀ ਫਾਊਂਡੇਸ਼ਨ ਦੇਖਾਂਗੇ ਆਪਾਂ ਹੁਣ। ਚੌਥੀ ਫਾਊਂਡੇਸ਼ਨ ਕੀ ਆ? ਦ ਫਾਊਂਡੇਸ਼ਨ ਆਫ ਫੈਮਿਲੀ ਪ੍ਰੇਅਰ। ਜਾਣੀ ਕਿ ਕਿਹੜੀ ਫਾਊਂਡੇਸ਼ਨ ਆ? ਇੱਕ ਫੈਮਿਲੀ ਆਲਟਰ। ਹਰ ਪਰਿਵਾਰ ਦੇ ਵਿੱਚ ਇੱਕ ਫੈਮਿਲੀ ਆਲਟਰ ਹੋਣੀ ਚਾਹੀਦੀ ਆ। ਮੈਨੂੰ ਪਤਾ ਕਿ ਆਪਾਂ ਸਾਰੇ ਗਿੱਜੇ ਹੋਏ ਆ ਕੱਲੇ ਪ੍ਰੇਅਰ ਕਰਨ ਦੇ ਵਾਸਤੇ। ਕੱਲੇ ਪ੍ਰੇਅਰ ਕਰੋ ਤੁਸੀਂ, ਲੇਕਿਨ ਇੱਕ ਸਮਾਂ ਚਾਹੀਦਾ ਆ ਜਿੱਥੇ ਆਪਾਂ ਸਾਰੇ ਇਕੱਠੇ ਬੈਠ ਕੇ ਪ੍ਰੇਅਰ ਕਰ ਰਹੇ ਹੋਈਏ, ਜਾਂ ਆਪਾਂ ਇਕੱਠੇ ਬੈਠ ਕੇ ਪ੍ਰਭੂ ਦਾ ਵਚਨ ਸੁਣ ਰਹੇ ਹੋਈਏ, ਜਾਂ ਆਪਾਂ ਇਕੱਠੇ ਬੈਠ ਕੇ ਪ੍ਰਭੂ ਦਾ ਵਚਨ ਸਾਂਝਾ ਕਰ ਰਹੇ ਹੋਈਏ। ਜੋ ਤੁਸੀਂ ਦਿਨ 'ਚ 2 ਵਾਰ ਕਰ ਸਕਦੇ ਹੋ ਬਹੁਤ ਵਧੀਆ, ਜੇ ਦਿਨ 'ਚ 3 ਵਾਰ ਕਰ ਸਕਦੇ ਹੋ ਉਹ ਤੋਂ ਵੀ ਜ਼ਿਆਦਾ ਵਧੀਆ, ਲੇਕਿਨ ਘੱਟ ਤੋਂ ਘੱਟ 1 ਵਾਰ ਤਾਂ ਕਰਨਾ ਚਾਹੀਦਾ ਆ। ਸਵੇਰੇ ਸਾਰੇ ਉੱਠ ਖੜ ਸਕਦੇ ਨੇ, ਬਹੁਤ ਹੀ ਚੰਗੀ ਗੱਲ ਆ। ਜੇ ਰਾਤ ਨੂੰ ਪੈਣ ਤੋਂ ਪਹਿਲਾਂ ਵੀ ਆਓ ਬੱਚੋ, ਹੁਣ ਪੈਣ ਚੱਲੇ ਆ, ਆਓ ਸਾਰੇ ਜਣੇ ਬੈਠੋ ਇੱਥੇ, ਆਓ ਇੱਕ ਪ੍ਰੇ ਕਰਾਂਗੇ। ਓਕੇ ਠੀਕ ਹੈ ਜੀ, ਆਓ ਇੱਕ ਬਾਈਬਲ ਵਰਸ ਪੜਾਂਗੇ। ਕਿਹਦੀ ਵਾਰੀ ਅੱਜ ਬਾਈਬਲ ਵਰਸ ਪੜ੍ਹਨ ਦੀ? ਅੱਜ ਕੁੜੀਏ ਤੇਰੀ ਵਾਰੀ ਹੈ ਬਾਈਬਲ ਵਰਸ ਪੜ੍ਹਨ ਦੀ। ਕਿਹੜਾ ਬਾਈਬਲ ਵਰਸ ਪੜ੍ਹਨਾ? ਓਕੇ ਪੜ੍ਹਿਆ। ਹਾਂਜੀ ਕੀ ਸਿੱਖਿਆ ਇਸ ਬਾਈਬਲ ਵਰਸ ਤੋਂ? ਤੁਸੀਂ ਦੱਸੋ। ਮੈਂ ਸੋਚਦਾ ਕਿ ਪ੍ਰਭੂ ਦਾ ਵਚਨ ਆ ਕੇ ਰਿਹਾ ਆ ਇਹਦਾ, ਠੀਕ ਹੈ ਜੀ। ਸੋ ਤੁਸੀਂ ਸ਼ੇਅਰ ਕੀਤਾ ਥੋੜਾ ਜਿਹਾ। ਉਹਨੂੰ ਕਹਿੰਦੇ ਨੇ ਫੈਮਿਲੀ ਆਲਟਰ, ਜਿੱਥੇ ਸਾਰਾ ਪਰਿਵਾਰ ਇਕੱਠਾ ਬੈਠਾ ਆ, ਇੱਕ ਛੋਟੀ ਜਿਹੀ ਪ੍ਰੇ ਕੀਤੀ ਜਾਂਦੀ ਹੈ, ਇੱਕ ਛੋਟਾ ਜਿਹਾ ਵਰਸ ਪੜ੍ਹਿਆ ਜਾਂਦਾ ਆ ਤੇ ਉਹਦੇ ਵਰਸ ਨੂੰ, ਉਸ ਬਾਈਬਲ ਦੇ ਸੁਨੇਹੇ ਨੂੰ ਸਮਝਿਆ ਜਾਂਦਾ ਆ ਤੇ ਉਦੋਂ ਫਿਰ ਪ੍ਰੇਅਰ ਕੀਤੀ ਜਾਂਦੀ ਹੈ ਸਾਰੇ ਪਰਿਵਾਰ ਦੇ ਲਈ। ਪਰਮੇਸ਼ਰ ਦਾ ਧੰਨਵਾਦ ਕੀਤਾ ਜਾਂਦਾ ਉਹਦੇ ਦਿਨ ਲਈ, ਪਰਮੇਸ਼ਰ ਤੋਂ ਮਿੱਠੀ ਨੀਂਦ ਮੰਗੀ ਜਾਂਦੀ ਆ ਤੇ ਸਾਰਿਆਂ ਨੂੰ ਗੁੱਡ ਨਾਈਟ ਕਹਿ ਕੇ, ਗੁੱਡ ਨਾਈਟ ਜੀਸਸ ਕਹਿ ਕੇ ਜਾ ਕੇ ਸੌਂ ਜਾਣਾ ਆ। ਇਹ
ਫੈਮਿਲੀ ਆਲਟਰ ਜਿਨ੍ਹਾਂ ਘਰਾਂ ਦੇ ਵਿੱਚ ਬਣੀ ਹੋਈ ਮੈਂ ਦੇਖੀ ਆ, ਉਹ ਘਰ ਜਿਹੜੇ ਨੇ ਤਰੱਕੀ ਕਰ ਗਏ ਨੇ, ਬਰਕਤਾਂ ਲੈ ਗਏ ਨੇ। ਤੇ ਜਿਨ੍ਹਾਂ ਘਰਾਂ ਦੇ ਵਿੱਚ ਫੈਮਿਲੀ ਆਲਟਰ ਹੈ ਨਹੀਂ ਗੀ, ਉਹਨਾਂ ਘਰਾਂ ਦੇ ਵਿੱਚ ਲੋਕ ਪਰਸਨਲ ਪ੍ਰੇਅਰਸ ਕਰਦੇ ਨੇ ਜਾਂ ਕੱਲੇ ਪ੍ਰੇਅਰ ਕਰਦੇ ਨੇ। ਹਾਂ, ਬਰਕਤਾਂ ਮਿਲਦੀਆਂ ਨੇ, ਲੇਕਿਨ ਐਸੀਆਂ ਨਹੀਂ ਜਿਸੀਆਂ ਇੱਕ ਆਲਟਰ ਹੋਣ ਦੇ ਨਾਲ ਜਿਹਦੇ ਇਕੱਠੇ ਬੈਠ ਕੇ ਵਚਨ ਪੜ੍ਹਿਆ ਜਾਵੇ, ਇਕੱਠੇ ਬੈਠ ਕੇ ਵਚਨ ਸੁਣਿਆ ਜਾਵੇ, ਇਕੱਠੇ ਬੈਠ ਕੇ ਪ੍ਰੇਅਰ ਕੀਤੀ ਜਾਵੇ, ਉਹ ਬਹੁਤ ਹੀ ਵੱਡੀ ਬਰਕਤ ਹੈ। ਆਮੀਨ। ਆਓ ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ ਪ੍ਰਾਪਤ ਕਰੋ। ਪਹਿਲਾ ਪਤਰਸ 3 ਚੈਪਟਰ ਦੇਖਾਂਗੇ, ਉਹਦਾ 7ਵਾਂ ਵਰਸ ਆਪਾਂ ਪੜਾਂਗੇ ਬਾਈਬਲ ਵਿੱਚ। ਜੀ ਹਾਂ, ਪਹਿਲਾ ਪਤਰਸ 3 ਦਾ 7ਵਾਂ। ਇੱਕ ਕਹਾਵਤ ਆ ਇੰਗਲਿਸ਼ ਦੇ ਵਿੱਚ ਬੜੀ ਚੱਲੀ ਹੋਈ, ਬਾਈਬਲ ਵਿੱਚ ਤਾਂ ਨਹੀਂ ਲਿਖੀ ਵੈਸੇ, ਲੇਕਿਨ ਲਿਖਿਆ ਹੈ, the family that prays together stays together। ਇੱਕੋ ਪਰਿਵਾਰ ਜਿਹੜਾ ਇਕੱਠੇ ਪ੍ਰਾਰਥਨਾ ਕਰਦਾ ਆ, ਉਹ ਇਕੱਠੇ ਬਣਿਆ ਰਹਿੰਦਾ ਆ। ਆਮੀਨ। ਇਹ ਗੀਤ ਵੀ ਹੈਗਾ, ਬਣੇ ਰਹੋ ਤੁਮ ਯਿਸੂ ਮੇਂ ਬਣੇ ਰਹੋ। ਆਮੀਨ। ਸੋ ਪ੍ਰਭੂ ਦੇ ਮਨੋ, ਕਿੱਦਾਂ ਬਣੇ ਰਹਿਣਾ ਆਪਾਂ ਪ੍ਰਭੂ ਦੇ ਵਿੱਚ, ਕਿੱਦਾਂ ਬਣੇ ਰਹਿਣਾ ਪਰਿਵਾਰ ਦੇ ਵਿੱਚ ਆਪਾਂ, ਜੇ ਆਪਾਂ ਇਕੱਠੇ ਬੈਠ ਕੇ ਪ੍ਰੇਅਰ ਕਰਦੇ ਹਾਂ, ਵਚਨ ਪੜ੍ਹਦੇ ਹਾਂ। ਯਾਨੀ ਕਿ ਤੁਹਾਡੇ ਇਹ ਫਾਊਂਡੇਸ਼ਨ ਜੋ ਹੈ, ਫਾਊਂਡੇਸ਼ਨ ਆਫ ਪ੍ਰੇਅਰ, ਫਾਊਂਡੇਸ਼ਨ ਆਫ ਫੈਮਿਲੀ ਪ੍ਰੇਅਰ, ਯਾਨੀ ਕਿ ਫੈਮਿਲੀ ਆਲਟਰ ਦੀ ਗੱਲ ਕਰਦਾ ਮੈਂ। ਜੇ ਤੁਸੀਂ ਆਪਣੇ ਘਰ ਦੇ ਵਿੱਚ ਸਥਾਪਿਤ ਨਹੀਂ ਕੀਤੀ, ਮੇਰੀ ਪ੍ਰੇਅਰ ਹੈ ਕਿ ਤੁਸੀਂ ਇਹ ਸਥਾਪਿਤ ਕਰ ਸਕੋ। ਕਿੱਦਾਂ ਸ਼ੁਰੂ ਕਰ ਸਕਦੇ ਹਾਂ? ਹਫ਼ਤੇ 'ਚ 1 ਵਾਰ ਸ਼ੁਰੂ ਕਰੋ, ਫਿਰ ਹੌਲੀ ਕਰਕੇ ਹਫ਼ਤੇ 'ਚ 2 ਵਾਰ ਕਰ ਦਿਓ, ਫਿਰ ਹੌਲੀ ਕਰਕੇ 3 ਵਾਰ ਕਰ ਦਿਓ, ਹੌਲੀ ਕਰਕੇ 4 ਵਾਰ ਕਰ ਦਿਓ, ਹੌਲੀ ਕਰਦੇ ਫਿਰ ਐਵਰੀਡੇ ਕਰ ਦਿਓ। ਆਮੀਨ। ਇਸ ਤਰ੍ਹਾਂ ਕਰਾਂਗੇ ਸ਼ੁਰੂ ਆਪਾਂ। ਹਫ਼ਤੇ 'ਚ 1 ਵਾਰ ਆਪਾਂ ਸ਼ੁਰੂ ਕਰਾਂਗੇ। ਸਾਰਾ ਇਕਲੇਸੀਆ, ਜਿਹਨੇ ਭੈਣ ਭਰਾ ਦੇਖ ਰਹੇ ਨੇ, ਸਾਰੇ ਇਕਲੇਸੀਆ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਇਸ ਆਉਣ ਵਾਲੇ ਹਫ਼ਤੇ ਵਿੱਚ ਤੁਸੀਂ ਕੋਈ ਇੱਕ ਦਿਨ ਦੇਖ ਲੈਣਾ ਹੈ, ਜਿਸ ਦਿਨ ਤੁਸੀਂ ਫੈਮਿਲੀ ਆਲਟਰ ਪ੍ਰੋਕਲੇਮ ਕਰ ਦੇਣੀ ਹੈ। ਤੇ ਤੁਸੀਂ ਸਾਰਿਆਂ ਨੇ ਬੈਠ ਕੇ, ਤੁਸੀਂ ਮੈਨੂੰ ਦੱਸਣਾ ਹੈ, ਟੈਕਸਟ ਮਾਰ ਦਿਓ, ਫੋਨ ਕਰ ਦਿਓ, ਪਾਸੇ ਜੀ ਅੱਜ ਸਾਰਿਆਂ ਨੇ ਬੈਠ ਕੇ ਅਸੀਂ ਪ੍ਰਭੂ ਦਾ ਵਚਨ ਥੋੜ੍ਹਾ ਜਿਹਾ ਪੜ੍ਹਿਆ, ਪ੍ਰੇਅਰ ਕੀਤੀ, ਤੇ ਫਿਰ ਥੋੜ੍ਹਾ ਸ਼ੇਅਰ ਕੀਤਾ, ਤੇ ਸਾਰਿਆਂ ਨੇ ਗੁੱਡ ਨਾਈਟ ਜੀਸਸ ਕਿਹਾ, ਤੇ ਅਸੀਂ ਸੌਂ ਗਏ। ਫੈਮਿਲੀ ਆਲਟਰ ਅਸੀਂ ਸ਼ੁਰੂ ਕਰ ਦਿੱਤੀ ਹੈ। ਆਮੀਨ। ਪ੍ਰਭੂ ਦੇ ਬਣੋ ਐਸੀ ਬਰਕਤ ਆਵੇਗੀ, ਕਿਉਂਕਿ ਫਾਊਂਡੇਸ਼ਨ ਪਰਮੇਸ਼ਰ ਦੇ ਵਚਨ ਦੀ, ਇਟਸ ਅ ਪ੍ਰਿੰਸੀਪਲ। ਆਮੀਨ। ਪ੍ਰਭੂ ਦੇ ਵਚਨਾਂ ਦੇ ਵਿੱਚ ਦੱਸਿਆ ਗਿਆ ਇਹਦੇ ਬਾਰੇ ਆਪਾਂ। ਆਓ ਪੜਾਂਗੇ। ਹਾਂਜੀ, ਪਹਿਲਾ ਪਤਰਸ 3 ਦਾ 7ਵਾਂ। ਇਸੇ ਤਰ੍ਹਾਂ ਪਤਿਓ, ਤੁਸੀਂ ਵੀ ਸਮਝਦਾਰੀ ਨਾਲ ਆਪਣਾ ਵਿਆਹੁਤਾ ਜੀਵਨ ਗੁਜ਼ਾਰੋ। ਤੁਸੀਂ ਆਪਣੀਆਂ ਪਤਨੀਆਂ ਦਾ ਪੂਰਾ ਆਦਰ ਕਰੋ, ਕਿਉਂਕਿ ਉਹ ਅਲਵਾਮਾਂ ਹਨ। ਉਹਨਾਂ ਦਾ ਵੀ ਤੁਹਾਡੇ ਪਰਮੇਸ਼ਰ ਦੇ ਜੀਵਨ ਦੀ ਮੁਫਤ ਦਾਤ ਵਿੱਚ ਹਿੱਸਾ ਹੈ। ਇਹ ਸਭ ਕਰੋ ਤਾਂ ਜੋ ਤੁਹਾਡੇ ਪ੍ਰਾਰਥਨਾ ਦੇ ਸੁਣੇ ਜਾਣ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ। ਦੇਖਿਆ ਤੁਸੀਂ, ਤਾਂ ਕਿ ਤੁਹਾਡੀਆਂ ਜਿਹੜੀਆਂ ਪ੍ਰਾਰਥਨਾ ਨੇ, ਇਹ ਸੁਣੇ ਜਾਣ ਵਿੱਚ ਕੋਈ ਰੁਕਾਵਟ ਨਾ ਹੋਵੇ। ਯਾਨੀ ਕਿ ਹਸਬੈਂਡ, ਵਾਈਫ, ਸਾਰਾ ਪਰਿਵਾਰ ਪ੍ਰਾਰਥਨਾ ਕਰ ਰਿਹਾ ਆ, ਤੇ ਸਾਰੀਆਂ ਪ੍ਰਾਰਥਨਾ ਸੁਣੀਆਂ ਜਾਣਗੀਆਂ ਉਸ ਫੈਮਿਲੀ ਆਲਟਰ ਦੇ ਵਿੱਚ। ਸੋ ਪ੍ਰਭੂ ਦਾ ਬਹੁਤ ਵੱਡੀ ਬਰਕਤ ਹੈਗੀ ਹੈ ਜਦੋਂ ਆਪਾਂ ਇਹ ਫਾਊਂਡੇਸ਼ਨ ਤੋਂ। ਲਾਸਟ ਫਾਊਂਡੇਸ਼ਨ ਦੇਖਾਂਗੇ, ਦ ਫਾਊਂਡੇਸ਼ਨ ਆਫ ਯੂਰ ਫੈਮਿਲੀ ਬੀਇੰਗ ਪਾਰਟ ਐਜ਼ ਅ ਗॉड्स ਫੈਮਿਲੀ। ਯਾਨੀ ਕਿ ਤੁਹਾਡਾ ਪਰਿਵਾਰ ਪਰਮੇਸ਼ਵਰ ਦੇ ਪਰਿਵਾਰ ਦੇ ਵਿੱਚ ਜੁੜਿਆ ਹੋਇਆ ਹੈ। ਤੁਹਾਡੇ ਪਰਿਵਾਰ ਦਾ ਪਰਮੇਸ਼ਵਰ ਦੇ ਪਰਿਵਾਰ ਦੇ ਨਾਲ ਜੁੜਨਾ। ਤੁਸੀਂ ਕਹੋਗੇ ਪਾਸਟਰ ਜੀ ਸਹੀ ਸਮਝਾਓ ਕੀ ਮਤਲਬ ਆ। ਯਾਨੀ ਕਿ ਆਪਣਾ ਸਾਰਾ ਪਰਿਵਾਰ ਇਕੱਠਾ ਮਿਲ ਕੇ ਚਰਚ ਜਾ ਸਕੀਏ। ਆਮੀਨ। ਆਪਾਂ ਸਾਰਾ ਪਰਿਵਾਰ ਇਕੱਠਾ ਮਿਲ ਕੇ ਚਰਚ ਦੇ ਵਿੱਚ ਸੇਵਾ ਕਰ ਸਕੀਏ। ਆਪਣਾ ਸਾਰਾ ਪਰਿਵਾਰ ਇਕੱਠਾ ਮਿਲ ਕੇ ਪ੍ਰਭੂ ਦੀ ਸੇਵਾ ਕਰ ਸਕੀਏ। ਚਰਚ ਦੇ ਨਾਲ ਲੱਗੇ ਰਹੀਏ, ਚਰਚ ਦੇ ਨਾਲ ਜੁੜੇ ਰਹੀਏ। ਸਾਰਾ ਪਰਿਵਾਰ ਚਰਚ ਦੇ ਪਰਿਵਾਰ ਨਾਲ ਜੁੜਿਆ ਰਹੇ। ਇਹਦੇ ਵਿੱਚ ਬਹੁਤ ਵੱਡੀ ਬਰਕਤ ਹੈਗੀ ਹੈ। ਆਮੀਨ। ਪੜ੍ਹਾਂਗੇ ਪਰਮੇਸ਼ਰ ਦੇ ਵਚਨ ਵਿੱਚ ਐਫਸੀਸੀਆਂ ਦਾ 3 ਚੈਪਟਰ ਤੇ ਉਹਦਾ 14ਵਾਂ ਵਰਸ ਆਪਾਂ ਪੜ੍ਹਾਂਗੇ। ਜੀ ਇਹ ਆਪਣੀ 5ਵੀਂ ਫਾਊਂਡੇਸ਼ਨ ਹੈ ਜਿਹੜੀ ਆਪਾਂ ਦੇਖ ਰਹੇ ਹਾਂ। ਇਹ ਫਾਊਂਡੇਸ਼ਨਸ, 5 ਫਾਊਂਡੇਸ਼ਨਸ ਜਿਸ ਘਰ ਦੀਆਂ ਬਣ ਜਾਣ, ਉਸ ਘਰ ਤੇ ਜਿਹੜਾ ਮਕਾਨ ਬਣਿਆ ਆ ਉਹ ਸਟਰੋਂਗਲੀ ਬਣਿਆ ਰਹੇਗਾ, ਉਹ ਡੋਲੇਗਾ ਨਹੀਂ। ਉਹਨਾਂ ਦੇ ਘਰ ਦੇ ਉੱਤੇ, ਕੰਧਾਂ ਦੇ ਉੱਤੇ ਤਰੇੜਾਂ ਨਹੀਂ ਪੈਣਗੀਆਂ, ਨਾ ਛੱਤ ਤੇ ਤਰੇੜਾਂ ਪੈਣਗੀਆਂ, ਨਾ ਕੰਧਾਂ ਤੇ ਪੈਣਗੀਆਂ। ਉਹ ਘਰ ਜਿਹੜੇ ਨੇ ਡੋਲਣਗੇ ਨਹੀਂ, ਡਿੱਗਣਗੇ ਨਹੀਂ, ਟੁੱਟਣਗੇ ਨਹੀਂ, ਢਹਿਣਗੇ ਨਹੀਂ। ਕਿਉਂ? ਕਿਉਂਕਿ ਉਹ 5 ਐਸੀ ਫਾਊਂਡੇਸ਼ਨ 'ਚ ਖੜੀਆਂ ਨੇ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਧਰੀਆਂ ਗਈਆਂ ਨੇ। ਆਓ ਪੜਾਂਗੇ ਐਫੀਸੀਅਨ ਚੈਪਟਰ 3 ਵਰਸ 14। ਜੀ ਹਾਂ, ਇਹੀ ਕਾਰਨ ਹੈ ਕਿ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡਿਆਂ ਪਰਨੇ ਹੋ ਕੇ ਪ੍ਰਾਰਥਨਾ ਕਰਦਾ ਹਾਂ। ਠੀਕ ਹੈ ਜੀ। ਜੇ ਤੁਸੀਂ ਸਾਰਾ ਪੜ੍ਹੋ, ਇਹਨੂੰ ਦੱਸਿਆ ਗਿਆ ਹੈਗਾ ਵੀ
ਚਰਚ ਆਫ ਗॉड ਦੀ ਫੈਮਿਲੀ ਦੇ ਵਾਸਤੇ, ਯਾਨੀ ਕਿ ਪਰਮੇਸ਼ਵਰ ਦੇ ਕਲੀਸਿਆ ਦੇ ਵਾਸਤੇ ਜਿੰਨੇ ਵੀ ਪਰਿਵਾਰ ਪਰਮੇਸ਼ਵਰ ਦੇ ਕਲੀਸਿਆ ਜੁੜੇ ਹੋਏ ਨੇ, ਪੌਲੁਸ ਕਹਿੰਦਾ ਮੈਂ ਸਾਰਿਆਂ ਲਈ ਪ੍ਰਾਰਥਨਾ ਕਰਦਾ ਗੋਡੀਆਂ ਲਾ ਕੇ। ਤੁਸੀਂ ਜੋਸਫ 24:15 ਤਾਂ ਜਾਣਦੇ ਹੋ, ਕਿਉਂਕਿ ਕੁਝ ਹਫ਼ਤੇ ਪਹਿਲਾਂ ਆਪਾਂ ਥੋੜ੍ਹਾ ਜਿਹਾ ਸ਼ੇਅਰ ਵੀ ਕੀਤਾ ਸੀਗਾ ਕਿ ਮੈਂ ਤੇ ਮੇਰਾ ਘਰਾਨਾ ਪਰਮੇਸ਼ਵਰ ਦੀ ਹੀ ਸੇਵਾ ਕਰਾਂਗੇ। ਆਮੀਨ। ਇਹ ਆ ਫਾਊਂਡੇਸ਼ਨ, 5th ਫਾਊਂਡੇਸ਼ਨ ਜੋ ਜੋਸਫ ਨੇ ਵੀ ਅਪਣਾਈ ਸੀ। ਜੋਸਫ ਨੇ ਕਿਹਾ ਸੀਗਾ ਤੇ ਮੈਂ ਤੇ ਮੇਰਾ ਘਰਾਨਾ ਅਸੀਂ ਪਰਮੇਸ਼ਵਰ ਦੀ ਸੇਵਾ ਕਰਾਂਗੇ, ਯਾਨੀ ਕਿ ਮੈਂ ਤੇ ਮੇਰਾ ਘਰਾਨਾ ਅਸੀਂ ਪਰਮੇਸ਼ਵਰ ਦੇ ਘਰਾਣੇ ਨਾਲ ਜੁੜੇ ਰਹਾਂਗੇ। ਮੇਰਾ ਪਰਿਵਾਰ, ਮੇਰੀ ਫੈਮਿਲੀ ਪਰਮੇਸ਼ਵਰ ਦੀ ਫੈਮਿਲੀ ਦੇ ਨਾਲ, ਰੱਬ ਦੀ ਫੈਮਿਲੀ ਦੇ ਨਾਲ, ਚਰਚ ਦੀ ਫੈਮਿਲੀ ਦੇ ਨਾਲ ਜੁੜੇ ਰਹੇਗੀ। ਆਮੀਨ। ਇਹ ਬਹੁਤ ਵੱਡੀ ਫਾਊਂਡੇਸ਼ਨ ਕੀ ਪ੍ਰਭੂ ਦੇ ਬਣਾਓ। ਆਓ ਹੋਰ ਦੇਖਾਂਗੇ ਸਾਮ ਚੈਪਟਰ 27 ਵਰਸ 4 ਪੜਾਂਗੇ ਆਪਾਂ। ਸਾਮ ਯਾਨੀ ਕਿ ਜ਼ਬੂਰ 27 ਉਹਦਾ 4ਥਾ ਵਰਸ ਪੜਾਂਗੇ ਆਪਾਂ ਪੰਜਾਬੀ ਦੇ ਵਿੱਚ। ਜੀ ਹਾਂ, 27 ਦਾ 4ਥਾ ਸਾਮ, ਜ਼ਬੂਰ 27 ਦਾ 4ਥਾ ਵਰਸ ਪੰਜਾਬੀ ਚ ਦੇਖੀਏ। ਆਓ। ਮੈਂ ਪ੍ਰਭੂ ਤੋਂ ਕੇਵਲ ਇਹੀ ਵਰਦਾਨ ਮੰਗਿਆ ਹੈ ਜੋ ਜੀਵਨ ਭਰ ਪਰਮੇਸ਼ਰ ਦੇ ਘਰ ਵਿੱਚ ਰਹਿ ਸਕਾਂ। ਮੈਂ ਇਸੇ ਦੀ ਹੀ ਭਾਲ ਕਰਾਂਗਾ ਤਾਂ ਜੋ ਮੈਂ ਪ੍ਰਭੂ ਦੀ ਸੁੰਦਰਤਾ ਦੇ ਦਰਸ਼ਨ ਕਰਾਂ ਅਤੇ ਉਸ ਦੇ ਮੰਦਰ ਵਿੱਚ ਧਿਆਨ ਕਰਾਂ। ਦਾਊਦ ਨੇ ਬੜੀ ਜ਼ਬਰਦਸਤ ਬਰਕਤ ਮੰਗੀ। ਮੈਂ ਹਰ ਪਰਿਵਾਰ ਵਾਸਤੇ ਇਹੀ ਬਰਕਤ ਚਾਹਾਂਗਾ ਕਿ ਤੁਹਾਡਾ ਪਰਿਵਾਰ ਹਮੇਸ਼ਾ ਹੀ ਇਹ ਡਿਸੀਜਨ, ਇਹ ਮਨ ਬਣਾ ਸਕੇ ਕਿ ਮੈਂ ਤੇ ਮੇਰਾ ਘਰਾਨਾ ਪਰਮੇਸ਼ਰ ਦੀ ਸੇਵਾ ਦੇ ਵਿੱਚ ਲੱਗੇ ਰਹਾਂਗੇ। ਆਮੀਨ। ਪ੍ਰਭੂ ਦੇ ਬਣਾਓ। ਨਾ ਤੁਸੀਂ ਕਿਸੇ ਬੰਦੇ ਦੀ ਸੇਵਾ ਕਰ ਰਹੇ ਹੋ, ਨਾ ਮੈਂ ਕਿਸੇ ਬੰਦੇ ਦੀ ਸੇਵਾ ਕਰ ਰਿਹਾ। ਆਪਾਂ ਸਾਰੇ ਉਸ ਸਰਬ ਸ਼ਕਤੀਮਾਨ ਰਾਜਾਂ ਦੇ ਰਾਜਾ ਦੇ ਪ੍ਰਭੂਆਂ ਦੇ ਪ੍ਰਭੂ ਦੀ ਸੇਵਾ ਕਰ ਰਹੇ ਹਾਂ। ਆਮੀਨ। ਆਪਣਾ ਫਰਜ਼ ਬਣਦਾ ਆ। ਪ੍ਰਭੂ ਦਾ ਵਚਨ ਕਹਿੰਦਾ ਹੈ ਜਿੱਦਾਂ ਦਾਊਦ ਨੇ ਆਪਣੀ ਕੌਮ ਨੂੰ, ਆਪਣੀ ਪੀੜ੍ਹੀ ਨੂੰ ਆਪਣਾ ਵਚਨ ਸੁਣਾਇਆ ਤੇ ਉਹ ਖਤਮ ਹੋ ਗਿਆ, ਸੌਂ ਗਿਆ, ਮਰ ਗਿਆ, ਉਸੇ ਤਰ੍ਹਾਂ ਪ੍ਰਭੂ ਦੇ ਬਣੋ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ, ਆਪਣੀ ਜਨਰੇਸ਼ਨ ਨੂੰ ਵਚਨ ਸਿਖਾ ਕੇ ਅੱਗੇ ਵਧਾ ਸਕੀਏ ਉਹਦੇ ਵਿੱਚ। ਕਿਸੇ ਨੇ ਕਿਹਾ ਕਿ ਜੇ ਪਰਮੇਸ਼ਵਰ ਦਾ ਸੁਨੇਹਾ, ਜੇ ਯਿਸੂ ਮਸੀਹ ਜੀ ਦਾ ਸੁਨੇਹਾ ਤੁਹਾਡੇ ਘਰ ਦੇ ਅੰਦਰ ਕੰਮ ਨਹੀਂ ਕਰ ਰਿਹਾ ਤੇ ਕਿਸ ਮੂੰਹ ਦੇ ਨਾਲ ਉਹਨੂੰ ਘਰ ਤੋਂ ਬਾਹਰ ਪ੍ਰਚਾਰ ਕਰਾਂਗੇ? ਜੇ ਆਪਣੀਆਂ ਜੀਵਨਾਂ ਦੇ ਵਿੱਚ ਹੀ ਪਰਮੇਸ਼ਵਰ ਦਾ ਕਲਾਮ ਕੰਮ ਨਹੀਂ ਕਰ ਰਿਹਾ, ਜੇ ਕੰਮ ਨਹੀਂ ਹੋਣ ਦਿੰਦੇ, ਪਰਮੇਸ਼ਵਰ ਦੇ ਸ਼ਬਦਾਂ ਨੂੰ ਨਹੀਂ ਆਣ ਦਿੰਦੇ, ਆਪਾਂ ਆਪਣੇ ਜੀਵਨਾਂ 'ਚ ਹੀ ਨਹੀਂ ਆਣ ਦਿੰਦੇ, ਆਪਣੇ ਘਰ ਦੇ ਅੰਦਰ ਹੀ ਨਹੀਂ ਆਣ ਦਿੰਦੇ, ਕਿਸ ਮੂੰਹ ਦੇ ਨਾਲ ਆਪਾਂ ਘਰ ਤੋਂ ਬਾਹਰ ਪ੍ਰਚਾਰ ਕਰਾਂਗੇ? ਯਾਨੀ ਕਿ ਇਹ ਬਹੁਤ ਵੱਡੀ ਚੇਤਾਵਨੀ ਹੈ। ਆਮੀਨ। ਘਰ ਵਿੱਚ ਪਹਿਲਾਂ। ਆਮੀਨ। ਯਾਦ ਰੱਖੋ ਕਿ ਬੁੱਕ ਆਫ ਐਕਟਸ, ਇਹ ਗੋਸਪਲ ਆ ਜਿਹੜਾ, ਇਹ ਐਕਸ਼ਨ ਦਾ ਗੋਸਪਲ ਆ। ਆਮੀਨ। ਇਹ ਐਕਟ ਕਰਦਾ ਆ। ਆਮੀਨ। ਇਹ ਸਿਰਫ ਵਰਡਸ ਨਹੀਂ ਹੈ, ਇਹ ਐਕਸ਼ਨ ਆ। ਤੋ ਪਰਮੇਸ਼ਰ ਦੇ ਕਲਾਮ ਨੂੰ ਆਪਣੇ ਜੀਵਨਾਂ 'ਚ ਐਕਟ ਕਰਨ ਦਿਓ, ਆਪਣੇ ਦਿਲਾਂ 'ਚ ਐਕਟ ਕਰਨ ਦਿਓ। ਭਰਾਵੋ, ਭੈਣੋ, ਬੱਚਿਓ, ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਦਿਲ ਦੇ ਵਿੱਚ ਕੰਮ ਕਰਨ ਦਿਓ। ਪਵਿੱਤਰ ਆਤਮਾ ਨੂੰ ਆਪਣੇ ਦਿਲ ਵਿੱਚ ਕੰਮ ਕਰਨ ਦਿਓ। ਉਹਦੇ ਨਾਲ ਤੁਸੀਂ, ਤੁਹਾਡਾ ਘਰਾਨਾ ਤੇ ਤੁਹਾਡਾ ਕਲੀਸਿਆ ਤਰੱਕੀ ਪ੍ਰਾਪਤ ਕਰਨਗੇ, ਜਿਹਦੇ ਨਾਲ ਆਪਾਂ ਆਪਣੇ ਜੀਵਨ ਦੇ ਵਿੱਚ ਆਪਣੀ ਕੌਮ ਨੂੰ ਪਰਮੇਸ਼ਰ ਦਾ ਕਲਾਮ ਪਹੁੰਚਾਵਾਂਗੇ। ਆਮੀਨ। ਤੇ ਉਹ ਮਕਸਦ ਪੂਰਾ ਕਰਾਂਗੇ ਜਿਸ ਮਕਸਦ ਦੇ ਨਾਲ ਪਰਮੇਸ਼ਰ ਨੇ ਆਪਾਂ ਨੂੰ ਸੱਦਿਆ ਹੈ। ਆਓ ਦੁਆ ਕਰੀਏ। ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਜੀ ਅੱਜ ਮੈਂ ਇੱਕ ਇੱਕ ਵੀਰ ਨੂੰ, ਇੱਕ ਇੱਕ ਭਰਾ ਨੂੰ, ਇੱਕ ਇੱਕ ਪਿਤਾ ਨੂੰ, ਇੱਕ ਇੱਕ ਹਸਬੈਂਡ ਨੂੰ, ਇੱਕ ਇੱਕ ਭਰਾ ਨੂੰ ਜਾਂ ਦੋਸਤ ਨੂੰ ਅਸੀਂ ਤੁਹਾਡੀ ਹਜ਼ੂਰੀ 'ਚ ਲਿਖਣਾ ਚਾਹੁੰਦੇ ਹਾਂ। ਪ੍ਰਭੂ ਜੀ ਮੈਂ ਪ੍ਰੇ ਕਰਦਾ ਹਾਂ ਕਿ ਹੁਣ ਜਿੱਥੇ ਵੀ ਅੱਜ ਪ੍ਰਭੂ ਜੀ ਇਹ ਵਚਨ ਨੂੰ ਸੁਣ ਰਹੇ ਨੇ, ਮੈਂ ਦੁਆ ਕਰਦਾ ਪ੍ਰਭੂ ਜੀ ਹਰ ਇੱਕ ਵੀਰ ਦੇ ਉੱਤੇ, ਵੀਰ ਦੇ ਵਾਸਤੇ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ 'ਚ ਮੇਰੀ ਪ੍ਰੇਰਾ ਪ੍ਰਭੂ ਜੀ ਕਿ ਤੁਹਾਡੀ ਪਵਿੱਤਰ ਆਤਮਾ ਹੁਣੀ ਉਸ ਦਾ ਮਨ ਨੂੰ ਛੂ ਲਵੇ, ਹੁਣੀ ਉਸ ਦੇ ਦਿਲ ਨੂੰ ਛੂ ਲਵੇ, ਤਾਂ ਕਿ ਪ੍ਰਭੂ ਜੀ ਉਹ ਇਸ ਫਾਊਂਡੇਸ਼ਨ ਨੂੰ, ਇਸ ਪਰਮੇਸ਼ਰ ਪਿਤਾ ਬਰਕਤ ਨੂੰ ਜੱਫੀ ਪਾ ਸਕੇ, ਹੱਥ ਪਾ ਸਕੇ, ਅੱਗੇ ਵੱਧ ਕੇ ਸਵੀਕਾਰ ਕਰ ਸਕੇ ਤੇ ਉਹ ਆਪਣੇ ਘਰ ਦਾ ਇੱਕ ਸਪਿਰਿਚੁਅਲ ਲੀਡਰ ਬਣ ਕੇ ਅੱਗੇ ਵੱਧ ਸਕੇ। ਮੈਂ ਦੁਆ ਕਰਦਾ ਪ੍ਰਭੂ ਜੀ ਹਰ ਇੱਕ ਮਾਂ ਦੇ ਲਈ, ਮੈਂ ਦੁਆ ਕਰਦਾ ਹਰ ਇੱਕ ਵਾਈਫ ਦੇ ਲਈ, ਹਰ ਇੱਕ ਭੈਣ ਦੇ ਲਈ। ਮੈਂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਇੱਕ ਬੱਚੀ ਲਈ ਦੁਆ ਕਰਦਾ ਹਾਂ, ਹਰ ਇੱਕ ਬਜ਼ੁਰਗ ਆਂਟੀ ਲਈ ਦੁਆ ਕਰਦਾ ਹਾਂ ਯਿਸੂ ਮਸੀਹ ਜੀ ਦੇ ਨਾਮ 'ਚ। ਪ੍ਰਭੂ ਜੀ ਮੇਰੀ ਪ੍ਰੇਰਾ ਪ੍ਰਭੂ ਜੀ ਕਿ ਉਹ ਇੱਕ ਐਸਾ ਨੋਬਲ ਕਰੈਕਟਰ
प्रभु जी रख सकन। ऐसा प्यार भरिया रवैया, एक शांति भरिया रवैया अपना सकन, जिहदे नाल प्रभु जी ਉਹ ਤੁਹਾਡੀ ਹਜ਼ੂਰੀ, ਉਹ ਤੁਹਾਡਾ ਚਾਨਣ, ਉਹ ਤੁਹਾਡਾ ਚਿਹਰਾ ਚਾਰੋਂ ਪਾਸੇ ਚਮਕਾ ਸਕਣ ਜਿੱਥੇ ਜਿੱਥੇ ਵੀ ਉਹ ਜਾਂਦੇ ਨੇ। ਖਾਸ ਤੌਰ ਤੇ ਉਹਨਾਂ ਦੇ ਘਰ ਦੇ ਵਿੱਚ ਐਸਾ ਮਾਹੌਲ ਪੈਦਾ ਕੀਤਾ ਗਿਆ ਹੋਵੇ, ਜਿਹੜਾ ਮਾਹੌਲ ਏਕਤਾ ਦਾ ਹੋਵੇ, ਖੁਸ਼ੀ ਦਾ ਹੋਵੇ, ਪਿਆਰ ਦਾ ਹੋਵੇ, ਮੁਹੱਬਤ ਦਾ ਹੋਵੇ, ਜਿਹਦੇ ਨਾਲ ਪ੍ਰਭੂ ਜੀ ਬੱਚੇ ਵੀ ਤਰੱਕੀ ਕਰਨ, ਹਸਬੈਂਡ ਵੀ ਤਰੱਕੀ ਕਰੇ, ਜਿਹੜਾ ਵੀ ਉਸ ਘਰ ਦੇ ਵਿੱਚ ਪੈਰ ਰੱਖੇ ਉਹ ਕਹੇ ਵਾਓ, ਐਸਾ ਘਰ ਅਸੀਂ ਕਿਤੇ ਦੇਖਿਆ ਨਹੀਂਗਾ। ਸਾਰਾ ਪਿੰਡ, ਸਾਰਾ ਸ਼ਹਿਰ ਉਹਦੇ ਗੁਣ ਗਾਵੇ। मैं दुआ करता बच्चों के लिए भी प्रभु जी ब्लैस्ड बच्चे, ऐसे बच्चे बन जान साडे जिहड़े प्रभु जी कॉन्फिडेंट बच्चे होण, जिहड़े प्रभु जी थोड़े वचनां नाल भरे हुए बच्चे होण, जिहड़े प्रभु जी थोड़े चानण नाल भरे हुए बच्चे होण, जिहड़े प्रभु जी थोड़ी हजूरी नाल भरे हुए बच्चे होण। ऐसे बच्चे होण साडे प्रभु जी जिहड़े प्रभु जी अपने टाइदिंग विच फेथफुल होण, देण दे विच फेथफुल होण, ਜਿਹੜੇ ਬੱਚੇ ਪ੍ਰਭੂ ਜੀ ਵਚਨ ਪੜ੍ਹਨ ਦੀ ਡਿਸਪਲਿਨ ਵਿੱਚ ਫੇਥਫੁਲ ਹੋਣ, ਪ੍ਰੇਅਰ ਕਰਨ ਦੀ ਡਿਸਪਲਿਨ ਵਿੱਚ ਫੇਥਫੁਲ ਹੋਣ। ਮੈਂ ਦੁਆ ਕਰਦਾ ਪ੍ਰਭੂ ਜੀ ਆਪਣੇ ਇਕਲੀਸੀਆ ਦੇ ਹਰ ਇੱਕ ਘਰਾਣੇ ਦੇ ਵਾਸਤੇ ਕਿ ਪ੍ਰਭੂ ਜੀ ਇਸ ਹਫ਼ਤੇ ਤੋਂ ਪ੍ਰਭੂ ਜੀ ਅਸੀਂ ਸਾਰੇ ਇਹ ਪ੍ਰਭੂ ਜੀ ਠੇਕਾ ਉਠਾ ਲੈਂਦੇ ਹਾਂ, ਮਨ ਬਣਾ ਲੈਂਦੇ ਹਾਂ ਕਿ ਅਸੀਂ ਸਾਰੇ ਪ੍ਰਭੂ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਹਫ਼ਤੇ ਤੋਂ ਪ੍ਰਭੂ ਜੀ ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਦਿਲ ਦੇ ਨਾਲ ਪ੍ਰਭੂ ਜੀ ਕਿ ਅਸੀਂ ਆਪਣੇ ਘਰ ਦੇ ਵਿੱਚ ਇੱਕ ਫੈਮਿਲੀ ਆਲਟਰ ਮੁਕਰਰ ਕਰ ਸਕੀਏ, ਫੈਮਿਲੀ ਆਲਟਰ ਸਥਾਪਿਤ ਕਰ ਸਕੀਏ, ਬਣਾ ਸਕੀਏ। ਪ੍ਰਭੂ ਜੀ ਪਵਿੱਤਰ ਆਤਮਾ ਸਾਡੀ ਸਾਰਿਆਂ ਦੀ ਮਦਦ ਕਰੇ ਤਾਂ ਕਿ ਇਸ ਤਰ੍ਹਾਂ ਹੀ ਹੋ ਸਕੇ। ਤੇ ਮੇਰੀ ਪ੍ਰੇਰਾ ਪਰਮੇਸ਼ਰ ਪਿਤਾ ਕਿ ਹਰ ਇੱਕ ਭੈਣ ਭਰਾ ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਮੈਂ ਤੇ ਮੇਰਾ ਘਰਾਨਾ ਤੁਹਾਡੀ ਸੇਵਾ ਕਰ ਸਕੀਏ। ਪ੍ਰਭੂ ਜੀ ਮੇਰੀ ਪ੍ਰੇਰਾ ਸਾਡੇ ਹਰ ਇੱਕ ਪਰਿਵਾਰ ਦੇ ਵਿੱਚ ਕੋਈ ਵੀ ਐਸਾ ਸਦੱਸਿਆ ਨਾ ਹੋਵੇ ਜਿਹੜਾ ਪ੍ਰਭੂ ਜੀ ਕੁਛ ਨਾ ਕਰ ਰਿਹਾ ਹੋਵੇ। ਹਰ ਇੱਕ ਭੈਣ, ਹਰ ਇੱਕ ਭਰਾ, ਹਰ ਇੱਕ ਬੱਚਾ, ਹਰ ਇੱਕ ਬੱਚੀ, ਹਰ ਇੱਕ ਬਜ਼ੁਰਗ, ਹਰ ਇੱਕ ਅੰਕਲ ਆਂਟੀ, ਜਿੰਨੇ ਵੀ ਪ੍ਰਭੂ ਜੀ ਸਾਡੇ ਇਕਲੀਸੀਆ ਦੇ ਨਾਲ ਜੁੜੇ ਹੋਏ ਨੇ ਪ੍ਰਭੂ ਜੀ, ਤੁਹਾਡੀ ਹਜ਼ੂਰੀ ਨਾਲ ਜੁੜੇ ਹੋਏ ਨੇ, ਸਾਰੇ ਸੇਵਾ ਦੇ ਵਿੱਚ ਅੱਗੇ ਵੱਧ ਸਕਣ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੁਆ ਕਰਦਾ ਤਾਂ ਕਿ ਪ੍ਰਭੂ ਜੀ ਜਿਹੜਾ ਵੀ ਨਵਾਂ ਵੀਰ ਜਾਂ ਨਵੀਂ ਭੈਣ ਇਕਲੀਸੀਆ ਵਿੱਚ ਪੈਰ ਰੱਖੇ ਪ੍ਰਭੂ ਜੀ ਉਹ ਬਰਕਤ ਪ੍ਰੋਕਲੇਮ ਕਰਦੇ ਉਹਨਾਂ ਨੂੰ ਤੇ ਉਹ ਬਰਕਤ ਪ੍ਰਾਪਤ ਕਰੇ। ਉਹ ਦੇਖੇ ਕਿ ਪ੍ਰਭੂ ਦੀ ਹਜ਼ੂਰੀ ਕੈਸੀ ਰਿਵਾਈਵਲ ਆਈ ਹੋਈ ਹੈ ਉਸ ਜਗ੍ਹਾ ਦੇ ਵਿੱਚ, ਕੈਸੀ ਪਰਮੇਸ਼ਰ ਦੀ ਅੱਗ ਛਾਈ ਹੋਈ ਹੈ ਉਸ ਜਗ੍ਹਾ ਦੇ ਵਿੱਚ। ਪ੍ਰਭੂ ਜੀ ਸ਼ੈਤਾਨੀ ਕੋਈ ਕੰਮ ਨੇੜੇ ਤੇੜੇ ਨਾ ਆ ਸਕੇ, ਸ਼ੈਤਾਨ ਦੀਆਂ ਸਾਰੀਆਂ ਕਰਤੂਤਾਂ ਫੇਲ ਹੋ ਜਾਣ, ਗੱਲਾਂ ਫੇਲ ਹੋ ਜਾਣ, ਇੱਧਰ ਦੀਆਂ ਉੱਧਰ ਦੀਆਂ ਨਕਮੀਆਂ ਗੱਲਾਂ ਖਤਮ ਹੋ ਜਾਣ, ਡਿਸਟਰੋਏ ਹੋ ਜਾਣ, ਫਲੈਸ਼ਲੀ ਸਰੀਰਿਕ ਚੀਜ਼ਾਂ ਖਤਮ ਹੋ ਜਾਣ, ਜਲ ਜਾਣ, ਰਾਖ ਹੋ ਜਾਣ। ਪ੍ਰਭੂ ਜੀ ਮੈਂ ਦੁਆ ਕਰਦਾ ਹਾਂ ਕਿਸੇ ਤਰ੍ਹਾਂ ਦਾ ਵੀ ਕੋਈ ਵਾਰ, ਕਿਸੇ ਤਰ੍ਹਾਂ ਵੀ ਸ਼ੈਤਾਨੀ ਹਮਲਾ ਕਾਮਯਾਬ ਨਾ ਹੋ ਸਕੇ ਸਾਡੇ ਭੈਣ ਭਰਾਵਾਂ ਦੀ ਜ਼ਿੰਦਗੀਆਂ ਉੱਤੇ। ਬਲਕਿ ਪ੍ਰਭੂ ਜੀ ਮੇਰੀ ਪ੍ਰੇਰ ਹੈ ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਮਿਹਰ ਤੇ ਕਿਰਪਾ, ਪਵਿੱਤਰ ਆਤਮਾ ਦੀ ਸੰਗਤੀ ਸਭਨਾਂ ਨਾਲ ਬਣੀ ਰਹੇ ਹਮੇਸ਼ਾ ਹਮੇਸ਼ਾ ਦੇ ਵਾਸਤੇ। ਆਮੀਨ, ਆਮੀਨ, ਆਮੀਨ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਜੈ ਮਸੀਹ ਦੀ।